पुरख निरभउ निर्वैर। अकाल मूरत अजूनी सैभं गुर प्रसाद जप। आद सच जुगाद सच है भी सच। नानक हुसी भी सच। श्री नानक पद पंकज बंदन। पग पंकज बंदन। सिमरहो अंगद दुख निकंदन। अमरदास गुर नित ध्यावो। हृदय ध्यावो। श्री गुरु रामदास गुण गावो। श्री अर्जन बिघनन के नासक। बिघनन के नासक। श्री हरगोबिंद शुभ सुमत प्रकाशक। श्री हर राय नमो कर जोरी। नमो कर जोरी। श्री हर कृष्ण मनाए बहोरी। गुरु तेग बहादुर परम कृपाला। परम कृपाला। श्री गुरु गोबिंद सिंह बिसाला। तरो तरा पर पुन पुन सीसा। पुन पुन सीसा। बंदों बार बार जगदीसा। एकंकारा सतगुरु तेह प्रसाद सच होए। वाहिगुरु जी की फतेह। विघ्न विनाशन सोए। जिस मह अमृत ज्ञान है। मानक भगत वैराग। गुरु ग्रंथ साहिब उदद। बंदों कर अनुराग। मूक उचरै शास्त्र खट। पिंग गिरन चढ़ जाए। अंध लखै बदरु सुनै। जो काल कृपा कराए। कहाँ बुध प्रभ तुष हमारी। बर न सकै महिमा जो तुहारी। हम ना सकत कर सिफत तुम्हारी। आप ले हो तुम कथा सुधारी। एक ओंकार सतगुर प्रसाद।
ਸ੍ਰੀ ਗੁਰ ਨਾਨਕ ਪ੍ਰਕਾਸ਼ ਲਿਖਿਆ ਤੇ ਦੋਹਰਾ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਬਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ, ਗੁਰਤਾ ਗੱਦੀ ਤੇ ਸੋਭਾਏਮਾਨ, ਹਾਜ਼ਰ ਨਾਜ਼ਰ ਸਤਿਗੁਰੂ, ਦਸਾਂ ਹੀ ਪਾਤਸ਼ਾਹੀਆਂ ਦੇ ਪਰਮ ਆਤਮਕ ਸਰੂਪ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਜੁੜ ਮਿਲ ਬੈਠੀ ਸਾਧ ਸੰਗਤ ਜੀ, ਸਾਡੇ ਬੜੇ ਵੱਡੇ ਭਾਗ ਹਨ। ਕਲਯੁਗ ਦੇ ਘੋਰ ਭਿਆਨਕ ਸਮੇਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਉਦਮ ਮਤ ਪ੍ਰਭ ਅੰਤਰ ਜਾਮੀ, ਜਿਉ ਪ੍ਰੇਰੈ ਤਿਉ ਕਰਨਾ। ਮਹਾਰਾਜ ਜੀ ਨੇ ਸਾਨੂੰ ਉੱਤਮ ਮਤ ਬਖਸ਼ੀ ਹੈ। ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਹਨ। ਸੰਗਤ ਜੀ, 15 ਨਵੰਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਦੀਨ ਦੁਨੀਆ ਦੇ ਪਾਤਸ਼ਾਹ, ਤਿੰਨਾਂ ਸਤਿਗੁਰਾਂ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਆ ਰਿਹਾ ਹੈ 15 ਨਵੰਬਰ ਨੂੰ। ਸੋ ਮਹਾਰਾਜ ਸਾਹਿਬ ਜੀ ਨੇ ਸਾਨੂੰ ਉੱਤਮ ਮਤ ਬਖਸ਼ਿਸ਼ ਕੀਤੀ। ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਇਤਿਹਾਸ ਦੀ ਵਿਚਾਰ ਦੀ ਪ੍ਰਾਰੰਭਤਾ ਹੋਣ ਲੱਗੀ ਹੈ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦਿਆਂ ਹੋਇਆਂ ਸਤਿਗੁਰੂ ਸਾਹਿਬ ਜੀ ਦਾ ਅੰਮ੍ਰਿਤਮਈ ਜੀਵਨ ਸੰਗਤ ਜੀ ਆਪਾਂ ਸਰਵਣ ਕਰੀਏ। ਅੱਜ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਇਤਿਹਾਸ ਦੀ ਕਥਾ ਜਿਹੜੀ ਹੈ ਆਰੰਭ ਹੋਣ ਲੱਗੀ ਹੈ। ਸੰਗਤ ਜੀ, ਜਿਹੜਾ ਇਸ ਕਥਾ ਨੂੰ ਇੱਕ ਵਾਰੀ ਪਿਆਰ ਦੇ ਨਾਲ ਪੜ੍ਹ ਲਵੇ ਜਾਂ ਸੁਣ ਲਵੇ, ਉਹਨੂੰ ਗੁਰਸਿੱਖੀ ਦੀ ਦਾਤ ਪ੍ਰਾਪਤ ਹੁੰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸੰਗਤ ਜੀ, ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤਮਈ ਜੀਵਨ ਦੀ ਕਥਾ ਜਿਹੜੀ ਉਹ ਬੜੇ ਹੀ ਰਸ ਵਾਲੀ ਹੈ। ਕਿਤੇ ਇੱਕ ਵਾਰ ਸੁਣਨ ਦੀ ਚੇਚਕ ਲੱਗ ਜਾਵੇ, ਚਸਕਾ ਪੈ ਜਾਵੇ, ਸੰਗਤ ਜੀ ਫਿਰ ਬਦੋ ਬਦੀ ਮਨ ਕਰਦਾ ਵੀ ਆਪਾਂ ਜਾ ਕੇ ਕਥਾ ਸਰਵਣ ਕਰੀਏ। ਜਿਵੇਂ ਮਹਾਰਾਜ ਸਾਹਿਬ ਜੀ ਬਾਣੀ ਵਿੱਚ ਜ਼ਿਕਰ ਕਰਦੇ ਹਨ, ਜਿਉ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉ ਹਰ ਬਿਨ ਹਮ ਮਰ ਜਾਈ। ਕਹਿੰਦੇ ਸੰਗਤ ਜੀ, ਜਿਵੇਂ ਅਮਲ ਤੋਂ ਬਿਨਾਂ ਅਮਲੀ ਮਰ ਜਾਂਦਾ ਹੈ ਨਾ। ਕਈ ਵਾਰ ਪਿੰਡ ਵਿੱਚ, ਸ਼ਹਿਰ ਵਿੱਚ, ਇਲਾਕੇ ਵਿੱਚ ਐਸੇ ਆਪ ਜੀ ਨੇ ਵੇਖੇ ਹੋਣਗੇ, ਉਹ ਕਹਿੰਦੇ ਵੀ ਜੇ ਸਾਨੂੰ ਨਸ਼ਾ ਨਾ ਮਿਲਿਆ ਤੇ ਆਪਾਂ ਮਰ ਜਾਣਾ ਹੈ, ਟੋਟ ਵੱਜਦੀ ਹੈ ਨਸ਼ੇ ਦੀ। ਇਸੇ ਤਰ੍ਹਾਂ ਸੰਗਤ ਜੀ, ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਰੱਬ ਦੇ ਨਾਲ ਪ੍ਰੇਮ ਪੈ ਜਾਵੇ ਨਾ, ਫਿਰ ਗੁਰਬਾਣੀ ਸੁਣਨ ਦੀ ਟੋਟ ਵੱਜਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਮਨ ਕਰਦਾ ਵੀ ਆਪਾਂ ਜਾ ਕੇ ਕਥਾ ਸਰਵਣ ਕਰੀਏ। ਬਸ 2-4 ਦਿਨ ਔਖਾ ਜ਼ਰੂਰ ਲੱਗਦਾ ਹੈ ਸਾਨੂੰ। ਸੰਗਤ ਜੀ, ਜਿਵੇਂ ਕੋਈ ਅੰਮ੍ਰਿਤ ਛਕਦਾ ਨਾ, ਇਹ ਮਹਾਂਪੁਰਖਾਂ ਦੀ ਜੁਗਤ ਹੁੰਦੀ ਹੈ। ਉਹਨਾਂ ਕਹਿਣਾ ਵੀ ਤੂੰ ਸਵਾ ਮਹੀਨਾ ਸਵੇਰੇ ਉੱਠਣਾ ਏ, ਸਵਾ ਮਹੀਨਾ ਉੱਠ ਕੇ ਨਿਤਨੇਮ ਕਰਨਾ ਏ। ਤੇ ਸੰਗਤ ਜੀ, ਕਈ ਤੇ ਸਾਡੇ ਵਰਗੇ ਸਵਾ ਮਹੀਨਾ ਹੀ ਉਡੀਕਦੇ ਰਹਿੰਦੇ ਵੀ ਕਦੋਂ ਸਵਾ ਮਹੀਨਾ ਆਵੇ ਤੇ ਆਪਾਂ ਨਿਤਨੇਮ ਕਰਨਾ, ਇਸ਼ਨਾਨ ਕਰਨਾ ਬੰਦ ਕਰੀਏ। ਪਰ ਸੰਗਤ ਜੀ, ਉਹ ਮਹਾਂਪੁਰਖਾਂ ਦੇ ਸਮਝਾਉਣ ਦਾ ਤਰੀਕਾ ਏ, ਜਿਸ ਚੀਜ਼ ਨੂੰ ਆਪਾਂ ਨਿਤਾ ਪ੍ਰਤੀ ਕਰਨ ਲੱਗ ਪਈਏ ਨਾ, ਤੇ ਫਿਰ ਉਹ ਸਾਡੀ ਉੱਦਾਂ ਦੀ ਆਦਤ, ਹੈਬਿਟ ਬਣ ਜਾਂਦੀ ਏ। ਫਿਰ ਮਨ ਕਰਦਾ ਵੀ ਆਪਾਂ ਉਹੀ ਕੰਮ ਕਰੀਏ। ਤੋ ਮਹਾਂਪੁਰਖਾਂ ਦੇ ਸਮਝਾਉਣ ਦਾ ਤਰੀਕਾ ਸੀ, ਜਿਹਨੇ ਸਵਾ ਮਹੀਨਾ ਇਸ਼ਨਾਨ ਕਰ ਲਿਆ, ਜਿਹਨੇ ਸਵਾ ਮਹੀਨਾ ਸੰਗਤ ਜੀ ਨਿਤਨੇਮ ਕਰ ਲਿਆ, ਫਿਰ ਉਹਦਾ ਮਨ ਆਪਣੇ ਆਪ ਹੀ ਕਰਨਾ ਵੀ ਮੈਂ ਅੰਮ੍ਰਿਤ ਵੇਲੇ ਉੱਠਾਂ,
ਮੈਂ ਬਾਣੀ ਪੜ੍ਹਾਂ, ਮੈਂ ਸੇਵਾ ਕਰਾਂ, ਮੈਂ ਸਿਮਰਨ ਕਰਾਂ, ਗੁਰੂ ਦੇ ਨਾਲ ਜੁੜਾਂ। ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਜ਼ਰੂਰ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਜਾਇਓ। ਮਹਾਰਾਜ ਜੀ, ਜੇ ਤੁਸੀਂ ਸਾਨੂੰ ਇਹ ਉਦਮ ਬਖਸ਼ਿਆ ਏ ਤੇ ਅੱਗੇ ਵੀ ਕਿਰਪਾ ਕਰਿਓ, ਅਸੀਂ ਲੜੀਵਾਰ ਇਸੇ ਹੀ ਤਰ੍ਹਾਂ ਰੋਜ਼ਾਨਾ ਆਪ ਜੀ ਦੇ ਪਾਵਨ ਗੁਰ ਇਤਿਹਾਸ ਦੀ ਕਥਾ ਜਿਹੜੀ ਉਹ ਸਰਵਣ ਕਰ ਸਕੀਏ। ਸੰਗਤ ਜੀ, ਇਹ ਕਥਾ ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਭਾਈ ਬਾਲੇ ਵਾਲੀ ਜੋ ਜਨਮ ਸਾਖੀ ਹੈ ਉਸ ਨੂੰ ਆਧਾਰ ਬਣਾ ਕੇ ਤੇ ਸੰਗਤ ਜੀ ਛੰਦਾਬੰਦੀ ਦੇ ਵਿੱਚ ਇਹ ਕਥਾ ਜਿਹੜੀ ਲਿਖੀ ਹੈ। ਸੋ ਆਓ ਇੱਕ ਵਾਰੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਾਰੇ ਯਾਦ ਕਰੋ, ਹਿਰਦੇ ਵਿੱਚੋਂ ਆਖੋ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਸਾਹਿਬ। ਫਿਰ ਆਖੋ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਆਓ ਬੜੇ ਪਿਆਰ ਦੇ ਨਾਲ ਆਪਾਂ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰੀਏ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਹ ਉਦੁੱਤੀ ਹੈ, ਉਹਦੇ ਵਰਗਾ ਦੂਜਾ ਹੋਰ ਕੋਈ ਨਹੀਂ ਹੈ। ਤੇ ਸੰਗਤ ਜੀ, ਓੰਕਾਰ ਦਾ ਮਤਲਬ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਹਰੇਕ ਥਾਂ ਪ੍ਰਕਾਸ਼ਕ ਹੈ। ਜਿਵੇਂ ਮਹਾਰਾਜ ਸਾਹਿਬ ਜੀ ਬਾਣੀ ਵਿੱਚ ਜ਼ਿਕਰ ਕਰਦੇ ਹਨ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਕੀਆ, ਊਚ ਨੀਚ ਮਹਿ ਜੋਤ ਸੁਮਾਣੀ, ਘਟ ਘਟ ਮਾਧੋ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਉਹ ਅਕਾਲ ਪੁਰਖ ਵਾਹਿਗੁਰੂ ਹਰੇਕ ਥਾਂ ਸੁਭਾਵਕ ਹੈ, ਪ੍ਰਕਾਸ਼ਮਾਨ ਹੈ। ਸਤਿਗੁਰ ਪ੍ਰਸਾਦ ਐਸਾ ਗੁਰੂ, ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਦੋਹਰਾ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਕੇਵਲ ਇੱਕ ਹੈ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਵਿੱਚ ਇੱਕ ਲਿਖਿਆ ਨਾ, ਪਹਿਲਾਂ ਭਾਈ ਸੰਤੋਖ ਸਿੰਘ ਸਾਹਿਬ ਜੀ ਸੰਗਤ ਜੀ ਸਤਿਗੁਰਾਂ ਦੀ ਗੁਰਬਾਣੀ ਦਾ ਮੰਗਲ ਕਰਦੇ ਨੇ। ਤੁਸੀਂ ਆਮ ਬਾਣੀ ਪੜ੍ਹਦੇ ਹੋ, ਸੁਖਮਨੀ ਸਾਹਿਬ ਦੀ ਬਾਣੀ ਪੜ੍ਹਦੇ ਹੋ। ਮਹਾਰਾਜ ਸਾਹਿਬ ਜੀ ਕਹਿੰਦੇ ਗੌੜੀ ਸੁਖਮਨੀ ਮਹੱਲਾ ਪੰਜਵਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੱਚੇ ਪਾਤਸ਼ਾਹ ਦਾ ਮੰਗਲ ਪਹਿਲਾਂ ਭਾਈ ਸੰਤੋਖ ਸਾਹਿਬ ਜੀ ਨੇ ਬਾਣੀ ਵਿੱਚੋਂ ਲੈ ਕੇ ਕਥਾ ਆਰੰਭ ਕਰਨ ਲੱਗਿਆ ਲਿਖਿਆ ਹੈ। ਫਿਰ ਅੱਗੇ ਲਿਖਦੇ ਨੇ ਸ੍ਰੀ ਗੁਰ ਨਾਨਕ ਪ੍ਰਕਾਸ਼ ਲਿਖਿਆ। ਤੇ ਕਵੀ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ, ਹੁਣ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਵਾਲੀ ਕਥਾ ਲਿਖਣ ਲੱਗਾ ਹਾਂ। ਫਿਰ ਅੱਗੇ ਦੋਹਰਾ ਏਕ ਓੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਸਤਿਗੁਰੂ ਅਕਾਲ ਪੁਰਖ ਇੱਕ ਹੈ, ਉਸ ਦੀ ਕਿਰਪਾ ਦੇ ਨਾਲ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ। ਵਾਹਿਗੁਰੂ ਜੀ ਕੀ ਫਤਿਹ। ਵਿਗਨ ਵਿਨਾਸ਼ਨ ਸੋਏ। ਵਾਹਿਗੁਰੂ ਅਚਰਜ, ਗੋ ਤੋਂ ਭਾਵ ਹਨੇਰਾ, ਰੂ ਤੋਂ ਭਾਵ ਪ੍ਰਕਾਸ਼ ਕਰਨ ਵਾਲਾ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਹੈ ਕਿ ਸਤਿਗੁਰਾਂ ਦੀ ਬਾਣੀ ਪੜ੍ਹਨ ਦੇ ਨਾਲ, ਵਾਹਿਗੁਰੂ ਸਿਮਰਨ ਕਰਨ ਦੇ ਨਾਲ ਚੌਹਾਂ ਯੁੱਗਾਂ ਦਾ ਜਾਪ ਹੁੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਵੀ ਸਾਹਿਬ ਇੱਥੇ ਕਿਰਪਾ ਕਰਦੇ ਲਿਖਦੇ ਨੇ, ਵਾਹਿਗੁਰੂ ਜੀ ਦੀ ਫਤਿਹ ਹੈ, ਉਹ ਸਾਰੀਆਂ ਰੁਕਾਵਟਾਂ ਮੁਸ਼ਕਲਾਂ ਦਾ ਨਾਸ਼ ਕਰਨ ਵਾਲਾ ਹੈ। ਦੋਹਰਾ ਸਰਬ ਵਿਆਪੀ ਨਿਤ ਨਉ, ਸਤ ਚਿਤ ਆਨੰਦ ਰੂਪ। ਸੰਗਤ ਜੀ, ਹੁਣ ਭਾਈ ਸਾਹਿਬ ਜੀ ਕਥਾ ਆਰੰਭ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰਕੇ। ਪਹਿਲਾ ਮੰਗਲ ਗੁਰਬਾਣੀ ਦੇ ਵਿੱਚੋਂ ਲਿਆ ਹੈ। ਹੁਣ ਮੰਗਲ ਸ਼ੁਰੂ ਕਰਦੇ ਨੇ, ਸਰਬ ਵਿਆਪੀ ਨਿਤ ਨਉ, ਸਤ ਚਿਤ ਆਨੰਦ ਰੂਪ। ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਸਰਬ ਵਿਆਪਕ ਹੈ। ਸਰਬ ਵਿਆਪਕ ਤੋਂ ਭਾਵ ਕਿ ਉਹ ਸਾਰਿਆਂ ਦੇ ਵਿੱਚ ਸੁਭਾਏਮਾਨ ਹੈ, ਸਾਰੀਆਂ ਥਾਵਾਂ ਤੇ ਅਕਾਲ ਪੁਰਖ ਵਾਹਿਗੁਰੂ ਮੌਜੂਦ ਹੈ। ਸਦਾ ਨਵਾਂ ਰਹਿਣ ਵਾਲਾ ਹੈ, ਅਸਲੀ ਵਜੂਦ ਵਾਲਾ ਹੈ, ਗਿਆਨ ਮੂਰਤ ਆਨੰਦ ਸਰੂਪ ਹੈ। ਮੋ ਉਰ ਮੈਂ ਪ੍ਰਗਟੋ ਸਦਾ, ਜੋ ਚਰ ਆਚਰ ਅਨੂਪ। ਅਕਾਲ ਪੁਰਖ ਵਾਹਿਗੁਰੂ ਵਰਗਾ ਦੂਜਾ ਕੋਈ ਨਹੀਂ ਹੈ ਦੁਨੀਆ ਤੇ।
ਉਹ ਆਪਣੇ ਵਰਗਾ ਆਪ ਹੀ ਹੈ। ਸੰਸਾਰ ਵਿੱਚ ਸਭ ਤੋਂ ਸੁੰਦਰ ਮੇਰੇ ਵਾਹਿਗੁਰੂ ਜੀ, ਕਿਰਪਾ ਕਰਕੇ ਮੇਰੇ ਹਿਰਦੇ ਦੇ ਵਿੱਚ ਆਪਣਾ ਵਾਸਾ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਵੀ ਜੀ ਕਹਿੰਦੇ ਸੱਚੇ ਪਾਤਸ਼ਾਹ, ਮੈਂ ਕਥਾ ਲਿਖਣ ਲੱਗਾ, ਤੁਸੀਂ ਕਿਰਪਾ ਕਰੋ ਮੇਰੇ ਹਿਰਦੇ ਵਿੱਚ ਆਪਣਾ ਵਾਸਾ ਕਰੋ ਜੀ। ਸਵਈਆ ਅੰਗ ਪਰਮਾਤਮ ਆਤਮ ਭੂ ਪਦਮਾਪਤ ਪੰਚ ਖਤੰਗ ਅਰਾਤੇ। ਸੰਗਤ ਜੀ, ਅੱਗੇ ਭਾਈ ਕਵੀ ਭਾਈ ਸੰਤੋਖ ਜੀ ਬ੍ਰਿਜ ਭਾਸ਼ਾ ਦੇ ਬੜੇ ਵੱਡੇ ਵਿਦਵਾਨ ਹਨ। ਉਹ ਕਿਰਪਾ ਕਰਕੇ ਲਿਖਦੇ ਨੇ, ਅੰਗ ਪਰਮਾਤਮ ਆਤਮ ਭੂ ਪਦਮਾਪਤ ਪੰਜ ਖਤੰਗ ਅਰਾਤੀ। ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ, ਤੈਨੂੰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਐਡੇ ਵੱਡੇ ਵੱਡੇ ਦੇਵਤੇ ਯਾਦ ਕਰਦੇ ਸਿਮਰਦੇ ਹਨ। ਵਾਯੂ ਬਿਆਨਕ ਵਾਯੂ ਸਖਾ ਬਨ ਰਾਏ ਬਿਰਖਾ ਬ੍ਰਿਖ ਸੈਲਨ ਪਾਤੇ। ਇਹ ਅਕਾਲ ਪੁਰਖ ਵਾਹਿਗੁਰੂ, ਹਵਾ ਗਣੇਸ਼ ਅਗਨੀ ਵਰੁਣ ਬਸਪਤੀ ਇੰਦਰ ਵਰਗੇ ਦੇਵਤੇ ਹੱਥ ਜੋੜ ਕੇ ਤੈਨੂੰ ਨਮਸਕਾਰ ਕਰਦੇ ਹਨ। ਸ੍ਰੀ ਦਹਿ ਸੂਰ ਸਸੀ ਉਡ ਅੰਤਕ ਮਾਨਵ ਦਾਨਵ ਦੇਵ ਸੰਗਾਤੇ। ਹੇ ਸਦਾ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ, ਤੈਨੂੰ ਕੁਬੇਰ ਵਰਗੇ ਸੂਰਜ ਚੰਦ ਤਾਰੇ ਧਰਮਰਾਜ ਮਨੁੱਖ ਦੈਂਤ ਦੇਵਤੇ ਸਾਰੇ ਹੀ ਯਾਦ ਕਰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਕਾਲ ਪੁਰਖ ਵਾਹਿਗੁਰੂ ਸਦਾ ਹੀ ਹੱਥ ਜੋੜ ਕੇ ਤੇਰੇ ਚਰਨਾਂ ਤੇ ਬੰਦਨਾ ਕਰਦੇ ਨੇ। ਹੇ ਮੁਕਤੀ ਦੇ ਦਾਤਾ, ਸਾਨੂੰ ਕਿਰਪਾ ਕਰਕੇ ਮੁਕਤੀ ਪ੍ਰਦਾਨ ਕਰੋ ਜੀ। ਦੋਹਰਾ ਸ੍ਰੀ ਨਾਨਕ ਪੁਰਸ਼ੋਤਮੰ ਪਰਮ ਪਦਾਰਥ ਪਰਮ ਪਰਾਵਰਨਾਥ। ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰਕੇ ਹੁਣ ਕਵੀ ਜੀ ਧੰਨ ਗੁਰੂ ਨਾਨਕ ਸਾਹਿਬ ਦਾ ਧਿਆਨ ਧਰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰ ਰਹੇ ਨੇ, ਸ਼੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰਨਾਥ। ਹੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਤੁਸੀਂ ਇਸ ਸੰਸਾਰ ਵਿੱਚ ਸਭ ਤੋਂ ਉੱਤਮ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ, ਤੁਹਾਡੇ ਵਰਗਾ ਦੂਸਰਾ ਹੋਰ ਕੋਈ ਨਹੀਂ ਹੈ। ਆਪਾਂ ਬਾਣੀ ਵਿੱਚ ਪੜ੍ਹਦੇ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ। ਸੱਚੇ ਪਾਤਸ਼ਾਹ ਸਾਰਿਆਂ ਤੋਂ, ਕਵੀ ਜੀ ਕਹਿੰਦੇ ਨੇ ਮਹਾਰਾਜ ਜੀ, ਨਾਥਾਂ ਦੇ ਵੀ ਤੁਸੀਂ ਨਾਥ ਹੋ। ਸਾਰੇ ਦੁਨੀਆ ਦੇ ਦੇਵਤੇ ਭਾਵੇਂ ਦ੍ਰਿਸ਼ਟਮਾਨ ਨੇ ਭਾਵੇਂ ਅਦ੍ਰਿਸ਼ਟ ਨੇ, ਉਹ ਸੱਚੇ ਪਾਤਸ਼ਾਹ ਜੀ ਤੁਹਾਨੂੰ ਝੁਕਦੇ ਨੇ, ਝੁਕ ਕੇ ਤੁਹਾਡੇ ਹੀ ਚਰਨਾਂ ਤੇ ਸਦਾ ਨਮਸਕਾਰ ਕਰਦੇ ਨੇ। ਸੰਗਤ ਜੀ, ਜਿਹੜੇ ਮੁਸਲਮਾਨ ਵੀਰ ਨੇ ਉਹ ਗੁਰੂ ਨਾਨਕ ਸਾਹਿਬ ਨੂੰ ਪੀਰ ਮੰਨਦੇ ਨੇ। ਜਾਹਰ ਪੀਰ ਜਗਤ ਗੁਰ ਬਾਬਾ, ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ। ਜਿਹੜੇ ਮੁਸਲਮਾਨ ਵੀਰ ਨੇ ਸੰਗਤ ਜੀ, ਉਹ ਕਾਬੇ ਨੂੰ ਮਹਾਨ ਮੰਨਦੇ ਨੇ। ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਜਿਹੜੇ ਮੁਸਲਮਾਨ ਨੇ ਉਹਨਾਂ ਵਾਸਤੇ ਤੁਸੀਂ ਕਾਬਾ ਹੋ, ਤੇ ਜਿਹੜੇ ਹਿੰਦੂ ਵੀਰ ਨੇ ਉਹ ਗੰਗਾ ਨੂੰ ਪਵਿੱਤਰ ਮੰਨਦੇ ਨੇ, ਉਹਨਾਂ ਵਾਸਤੇ ਤੁਸੀਂ ਗੰਗਾ ਹੋ। ਤੇ ਸੰਗਤ ਜੀ, ਇਸੇ ਤਰ੍ਹਾਂ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ, ਸ੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰਨਾਥ। ਸੱਚੇ ਪਾਤਸ਼ਾਹ ਇਸ ਸੰਸਾਰ ਦੇ ਸਭ ਤੋਂ ਉੱਤਮ ਮਹਾਨ ਪੁਰਖ ਆਪ ਹੋ। ਜੁਗਲ ਚਰਨ ਮਮ ਬੰਦਨਾ ਤਰ ਪਰ ਧਰ ਕਰ ਮਾਥ। ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਤੇ ਧਰਤੀ ਦੇ ਨਾਲ ਮੱਥਾ ਲਾ ਕੇ ਆਪ ਜੀ ਨੂੰ ਨਮਸਕਾਰ ਕਰਦਾ ਹਾਂ। ਕਵੀ ਜੀ ਵੇਖੋ ਸੰਗਤ ਜੀ, ਕਿਵੇਂ ਨਿਮਰਤਾ ਦੀ ਮੂਰਤ ਨੇ। ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਆਪਣਾ ਮੱਥਾ ਧਰਤੀ ਤੇ ਲਾ ਕੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ, ਮੈਂ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਮੈਂ ਆਪ ਜੀ ਦੀ ਕਥਾ ਲਿਖਣ ਲੱਗਾ, ਕਿਰਪਾ ਕਰਕੇ ਮੇਰੇ ਸਿਰ ਤੇ ਹੱਥ ਰੱਖਿਓ। ਸਵਈਆ ਬਰਚਾਰ ਪਦਾਰਥ ਦਾ ਬਰਚਾਰ ਵਿਚਾਰ ਕੋ ਮੂਰ ਉਦਾਰ ਸੁਹਾਵੈ। ਹੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਤੁਸੀਂ ਚਾਰ ਪਦਾਰਥ ਦੇਣ ਵਾਲੇ ਹੋ। ਚਾਰ ਪਦਾਰਥ ਸੰਗਤ ਜੀ ਕਿਹੜੇ ਕਿਹੜੇ ਨੇ? ਧਰਮ ਅਰਥ ਕਾਮ ਮੋਖ। ਧਰਮ ਤੋਂ ਭਾਵ ਕਿ ਨਿਯਮ, ਜ਼ਿੰਦਗੀ ਵਿੱਚ ਨਿਯਮ ਆ ਜਾਣਾ। ਆਪਾਂ ਕਹਿੰਦੇ ਵੀ ਧਰਮ, ਸਿੱਖ ਧਰਮ ਜਿਵੇਂ ਆਪਾਂ ਧਾਰਨ ਕੀਤਾ, ਜ਼ਿੰਦਗੀ ਨੂੰ ਨਿਯਮ ਵਿੱਚ ਲੈ ਆਉਣਾ। ਅਰਥ ਆਰਥਿਕ ਚੀਜ਼ਾਂ ਸਾਰੀਆਂ ਹੀ ਘਰ ਵਰਤਣ ਵਾਲੀਆਂ ਸਹੂਲਤਾਂ ਹੋਣੀਆਂ। ਕਾਮ ਤੋਂ ਭਾਵ ਕਿ ਮਨੋ ਕਾਮਨਾ ਪੂਰੀ ਹੋ ਜਾਣੀ। ਮੋਖ ਤੋਂ ਭਾਵ ਕਿ ਮੁਕਤੀ,
ਜਿਵੇਂ ਸੰਗਤ ਜੀ ਸਾਰੇ ਵੱਡੇ ਵੱਡੇ ਦੇਵਤੇ ਵੀ ਹੱਥ ਜੋੜ ਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸਾਂ ਬੇਨਤੀਆਂ ਕਰਦੇ ਨੇ, ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਮੁਕਤੀ ਬਖਸ਼ ਦਿਓ। ਸੱਚੇ ਪਾਤਸ਼ਾਹ ਚਾਰ ਪਦਾਰਥ ਦੇਣ ਵਾਲੇ ਹਨ, ਗਿਆਨ ਦੇਣ ਵਾਲੇ ਹਨ, ਗਿਆਨ ਦਾ ਮੂਲ ਹਨ। ਉਪਕਾਰ ਸਖਾ ਸੁਖਕਾਰ ਸਦਾ, ਤਮ ਪਾਰ ਕਰੈ ਉਰ ਮੋਹ ਬਸ ਜਾਵੈ। ਉਪਕਾਰ ਸਖਾ ਸੁਖਕਾਰ ਸਦਾ, ਤਮ ਪਾਰ ਕਰੈ ਉਰ ਮੋਹ ਬਸ ਜਾਵੈ। ਕਹਿੰਦੇ ਜਿਵੇਂ ਸੰਗਤ ਜੀ ਕੋਈ ਪਿਆਰਾ ਮਿੱਤਰ ਹੋਵੇ ਸਾਡਾ, ਜਿਵੇਂ ਉਹ ਸਾਨੂੰ ਪਿਆਰ ਕਰਦਾ ਹੈ ਨਾ, ਉਹ ਸਾਡੇ ਭਲੇ ਹਿੱਤ ਕੰਮ ਕਰਦਾ ਹੈ। ਕਈ ਵਾਰ ਜਿਹਦੇ ਨਾਲ ਸਾਡਾ ਪਿਆਰ ਹੋਵੇ ਮਿੱਤਰ ਦੇ ਨਾਲ, ਉਹ ਸਾਡਾ ਚੰਗਾ ਲੋਚਦਾ ਹੈ ਵੀ ਇਹਦਾ ਕੰਮ ਚੰਗਾ ਚੱਲੇ। ਤੇ ਇੱਥੇ ਕਵੀ ਰਾਜ ਲਿਖਦੇ ਨੇ, ਉਪਕਾਰ ਸਖਾ ਸੁਖਕਾਰ ਸਦਾ ਤਮ ਪਾਰ ਕਰੇ ਔਰ ਮੋਹ ਬਸ ਜਾਵੇ। ਕਹਿੰਦੇ ਤੁਸੀਂ ਮਿੱਤਰਾਂ ਵਾਂਗੂ ਵੱਡੇ ਉਪਕਾਰੀ ਹੋ, ਸਦਾ ਸੁਖ ਦੇਣ ਵਾਲੇ ਹੋ ਅਤੇ ਆਪਣੇ ਪਿਆਰਿਆਂ ਦੇ ਹਿਰਦੇ ਵਿੱਚ ਵਸ ਜਾਂਦੇ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਗਤ ਜੀ, ਭਾਈ ਲਹਿਣਾ ਜੀ ਦੇ ਹਿਰਦੇ ਵਿੱਚ ਵਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੇ ਸੱਚੇ ਪਾਤਸ਼ਾਹ ਭਾਈ ਲਹਿਣਾ ਤੋਂ ਗੁਰੂ ਅੰਗਦ ਸਾਹਿਬ ਬਣ ਗਏ। ਮਨੁੱਖ ਗਏ ਸਨ ਸਤਿਗੁਰਾਂ ਦੀ ਸ਼ਰਨ ਵਿੱਚ, ਪਰ ਸੰਗਤ ਜੀ ਉਹ ਗੁਰੂ ਬਣ ਗਏ। ਐਡੇ ਵੱਡੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਅਗ ਜਾਲਨ ਤੇ ਜਮ ਜਾਲਨ ਤੇ ਕਲ ਕਾਲਨ ਤੇ ਤਤ ਕਾਲ ਛੁਟਾਵੈ। ਅਗ ਤੋਂ ਭਾਵ ਸੰਗਤ ਜੀ ਪਾਪ, ਸਾਡੇ ਕੀਤੇ ਹੋਏ ਪਾਪ। ਕਹਿੰਦੇ ਅਗ ਜਾਲਣ ਤੇ ਜਮ ਜਾਲਣ ਤੇ ਕਲ ਕਾਲਨ ਤੇ ਤਤ ਕਾਲ ਛੁਡਾਵੈ। ਸੰਗਤ ਜੀ ਜਿਹੜੇ ਜ਼ਿੰਦਗੀ ਵਿੱਚ ਪਾਪ ਹੁੰਦੇ ਨੇ ਨਾ ਸਾਡੇ ਕੋਲ, ਉਹਨਾਂ ਦਾ ਸਾਨੂੰ ਲੇਖਾ ਦੇਣਾ ਪੈਂਦਾ ਹੈ। ਜੋ ਅਸੀਂ ਕਰਮ ਕਰਦੇ ਹਾਂ ਸੰਗਤ ਜੀ, ਕਈ ਵਾਰ ਆਪਾਂ ਸੁਰਤ ਦੇ ਨਾਲ ਹੀ ਪਾਪ ਕਰੀ ਜਾਂਦੇ ਹਾਂ। ਤੇ ਮਹਾਰਾਜ ਸਾਹਿਬ ਜੀ ਦੀ ਬਾਣੀ ਕਹਿੰਦੀ, ਨਰ ਅਚੇਤ ਪਾਪ ਤੇ ਡਰ ਰੇ। ਕਹਿੰਦੇ ਤੂੰ ਜਾਣ ਬੁੱਝ ਕੇ ਪਾਪ ਕਰਨਾ ਤੇ ਇੱਕ ਦੂਰ ਦੀ ਗੱਲ ਹੈ। ਕਹਿੰਦੇ ਕਿਤੇ ਜਿਹੜਾ ਤੇਰੇ ਕੋਲੋਂ ਅਚਨਚੇਤ ਪਾਪ ਹੋ ਗਿਆ, ਤੈਨੂੰ ਉਹਦਾ ਵੀ ਲੇਖਾ ਦੇਣਾ ਪੈਣਾ ਹੈ। ਪਰ ਜਿਹਦੇ ਤੇ ਗੁਰੂ ਨਾਨਕ ਸਾਹਿਬ ਕਿਰਪਾ ਕਰ ਦੇਣ, ਗੁਰੂ ਨਾਨਕ ਸਾਹਿਬ ਕੀ ਹਨ? ਅਗ ਜਾਲਨ ਤੇ। ਕਹਿੰਦੇ ਜਿਹੜਾ ਪਾਪਾਂ ਦਾ ਜਾਲ ਹੈ, ਉਹਦੇ ਤੋਂ ਮੁਕਤੀ ਦੇਣ ਵਾਲੇ ਹਨ ਧੰਨ ਗੁਰੂ ਨਾਨਕ ਸਾਹਿਬ। ਜਮ ਜਾਲਨ ਤੇ ਸੰਗਤ ਜੀ ਮਹਾਰਾਜ ਜੀ ਦੀ ਬਾਣੀ ਕਹਿੰਦੀ ਹੈ, ਜਮ ਦਲ ਬਿਖਮ ਘਨਾ ਆਗੇ, ਜਮ ਦਲ ਬਿਖਮ ਘਨਾ ਸ਼੍ਰੀ ਰਾਮ ਨਾਮਾ ਉਚਰ ਮਨਾ। ਕਹਿੰਦੇ ਅੱਗੇ ਜਮਾਂ ਦੇ ਦਲ ਤੁਰੇ ਫਿਰਦੇ ਨੇ, ਪਰ ਜਿਹਦੇ ਤੇ ਗੁਰੂ ਸਾਹਿਬ ਕਿਰਪਾ ਕਰਦੇ, ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀ ਹੈ, ਉਹਦੇ ਫਿਰ ਪਾਪਾਂ ਦਾ ਕੋਈ ਹਿਸਾਬ ਨਹੀਂ ਹੁੰਦਾ। ਤੇ ਕਲ ਕਾਲਨ ਤੇ, ਕਲਯੁਗ ਦੇ ਘੋਰ ਸਮੇਂ ਦੇ ਵਿੱਚੋਂ ਬਚਾਉਣ ਵਾਲੇ, ਕਲਯੁਗ ਦੇ ਪ੍ਰਭਾਵ ਤੋਂ ਬਚਾਉਣ ਵਾਲੇ, ਤਤਕਾਲ ਛੁਡਾਵੇ। ਤਤਕਾਲ ਤੋਂ ਭਾਵ ਕਿ ਉਸੇ ਵੇਲੇ ਗੁਰੂ ਸਾਹਿਬ ਜੀ ਚਾਹਣ ਤੇ ਸੰਗਤ ਜੀ ਇੱਥੇ ਬੈਠਿਆਂ ਨੂੰ ਬ੍ਰਹਮ ਗਿਆਨੀ ਬਣਾ ਦੇਣਾ। ਨਾਨਕ ਨਦਰੀ ਨਦਰ ਨਿਹਾਲ। ਪਰ ਪਤਾ ਨਹੀਂ ਉਹ ਕਿਰਪਾ ਕਿਹਦੇ ਤੇ ਕਦੋਂ ਵਰਤ ਜਾਣੀ ਹੈ, ਇਹ ਗੁਰੂ ਸਾਹਿਬ ਆਪ ਜਾਣਦੇ ਨੇ। ਮਹਾਰਾਜ ਜੀ ਕਹਿੰਦੇ ਤਤਕਾਲ ਛੁਟਾਵੇ, ਪਾਪਾਂ ਦੇ ਜਾਲ ਤੋਂ, ਜਮਾਂ ਦੇ ਜਾਲ ਤੋਂ, ਕਲਯੁਗ ਦੇ ਪ੍ਰਭਾਵ ਤੋਂ ਤੁਸੀਂ ਕਿਰਪਾ ਕਰਕੇ ਤਤਕਾਲ ਛਡਾਉਣ ਵਾਲੇ ਹੋ। ਹਰ ਬਿੰਦ ਬਿਖੇ ਗੁਣ ਇਹ ਸਭ ਹੋਏ, ਤਬੈ ਉਪਮਾ ਪਗ ਸ੍ਰੀ ਗੁਰ ਪਾਵੈ। ਕਹਿੰਦੇ ਮਹਾਰਾਜ ਜੀ ਕਮਲ ਦੇ ਫੁੱਲ ਵਿੱਚ ਬੜੇ ਗੁਣ ਹੁੰਦੇ ਨੇ, ਤੇ ਆਪ ਜੀ ਦੇ ਚਰਨਾਂ ਨੂੰ ਕਮਲ ਦੇ ਫੁੱਲ ਦੇ ਨਾਲ ਤੁਲਨਾ ਦਿੱਤੀ ਜਾਂਦੀ ਹੈ। ਪਰ ਸੱਚੇ ਪਾਤਸ਼ਾਹ ਜੀ ਕਮਲ ਦੇ ਫੁੱਲ ਵਿੱਚ ਇਹ ਸਾਰੇ ਗੁਣ ਹੋਣ। ਕਿਹੜੇ ਗੁਣ ਹੋਣ? ਅਗ ਜਾਲਨ ਤੇ ਜਮ ਜਾਲਨ ਤੇ ਕਲ ਕਾਲਨ ਤੇ ਤਤਕਾਲ ਛੁਡਾਵੇ। ਮਹਾਰਾਜ ਜੀ ਇਹ ਸੰਗਤ ਜੀ ਹੁਣ ਕਮਲ ਦੇ ਫੁੱਲ ਦੇ ਨਾਲ ਕਵੀ ਜੀ ਤੁਲਨਾ ਤੇ ਦਿੰਦੇ ਨੇ, ਪਰ ਕਹਿੰਦੇ ਸੱਚੇ ਪਾਤਸ਼ਾਹ ਕਮਲ ਦੇ ਫੁੱਲ ਵਿੱਚ ਇਹ ਗੁਣ ਨਹੀਂ ਸਾਰੇ। ਤੇ ਜੇ ਇਹ ਹੋਣ ਵੀ ਤੇ ਤਾਂ ਵੀ ਮਹਾਰਾਜ ਸਾਹਿਬ ਜੀ ਤੁਹਾਡੇ ਚਰਨਾਂ ਦੀ ਬਰਾਬਰੀ ਨਹੀਂ ਕਰ ਸਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਮਲ ਦਾ ਫੁੱਲ ਮਹਾਰਾਜ ਜੀ ਆਪ ਜੀ ਦੇ ਚਰਨਾਂ ਦੀ ਬਰਾਬਰੀ ਨਹੀਂ ਕਰ ਸਕਦਾ। ਦੋਹਰਾ ਸ੍ਰੀ ਅੰਗਦ ਕੰਦਨ ਬਿਗਨ ਬਦਨ ਸੋ ਮੰਗਲ ਸਾਲ। ਹੁਣ ਕਵੀ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦੇ ਨੇ। ਸੰਗਤ ਜੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਪਹਿਲਾਂ ਕਥਾ ਲਿਖਣ ਤੋਂ 10 ਹੀ ਪਾਤਸ਼ਾਹੀਆਂ ਦੇ ਮੰਗਲ ਲਿਖੇ ਨੇ। ਜਿਵੇਂ ਆਪਾਂ ਅਰਦਾਸ ਵਿੱਚ ਪੜ੍ਹਦੇ ਹਾਂ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ,
ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਿ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰ ਨੌ ਨਿਧ ਆਵੈ ਤਾਏ। ਇੱਥੋਂ ਤੱਕ ਮੰਗਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਲਿਖਦੇ ਨੇ। ਤੇ ਸੰਗਤ ਜੀ ਜਿਹੜਾ 10 ਪਾਤਸ਼ਾਹੀਆਂ ਦਾ ਨਾਮ ਹੀ ਲੈ ਲੇ ਨਾ ਦਿਹਾੜੀ ਵਿੱਚ ਸ਼ਰਧਾ ਦੇ ਨਾਲ, ਤੇ ਉਹਦਾ ਵੀ ਦਿਨ ਜਿਹੜਾ ਉਹ ਸਫਲਾ ਹੋ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਥਾ ਲਿਖਣ ਤੋਂ ਪਹਿਲਾਂ ਇਸੇ ਤਰ੍ਹਾਂ 10 ਪਾਤਸ਼ਾਹੀਆਂ ਦੇ ਮੰਗਲ ਕਰਦੇ ਨੇ। ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ, ਫਿਰ ਆਪ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮੰਗਲਾਚਰਨ ਸਰਵਣ ਕੀਤਾ। ਹੁਣ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਨਮਸਕਾਰ ਕਰਦੇ ਹਨ। ਸ੍ਰੀ ਅੰਗਦ ਕੰਦਨ ਬਿਗਨ ਬਦਨ ਸੁਮੰਗਲ ਸਾਲ। ਕਹਿੰਦੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਜਿਹੜਾ ਚਿਹਰਾ ਹੈ ਨਾ, ਜਿਹੜਾ ਉਹਦੇ ਦਰਸ਼ਨ ਕਰ ਲਵੇ ਸੱਚੇ ਪਾਤਸ਼ਾਹ, ਉਹਦੇ ਜ਼ਿੰਦਗੀ ਵਿੱਚ ਵੱਡੀਆਂ ਵੱਡੀਆਂ ਮੁਸ਼ਕਲਾਂ ਹੋਣ, ਉਹਨਾਂ ਦਾ ਨਾਸ ਹੋ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਜਿਹੜਾ ਤੁਹਾਡੇ ਚਿਹਰੇ ਦੇ ਦਰਸ਼ਨ ਕਰ ਲੈਂਦਾ ਨਾ, ਜਿਵੇਂ ਲਿਖਿਆ ਏ ਆਪਾਂ ਪੜ੍ਹਦੇ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ। ਇਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਰਥਾਏ ਲਿਖਿਆ ਬਾਣੀ ਦੇ ਵਿੱਚ। ਤੇ ਸੱਚੇ ਪਾਤਸ਼ਾਹ ਜਿਹੜਾ ਤੁਹਾਡੇ ਚਿਹਰੇ ਦੇ ਨੂਰਾਨੀ ਚਿਹਰੇ ਦੇ ਦਰਸ਼ਨ ਕਰ ਲੈਂਦਾ ਹੈ, ਵੱਡੀਆਂ ਵੱਡੀਆਂ ਮੁਸ਼ਕਲਾਂ ਅਤੇ ਵਿਘਨਾਂ ਦਾ ਨਾਸ ਹੋ ਜਾਂਦਾ ਹੈ। ਪਰਨ ਸ਼ਰਨ ਕਰ ਚਰਨ ਕੋ ਨਮਸਕਾਰ ਧਰ ਭਾਲ। ਕਵੀ ਜੀ ਕਹਿੰਦੇ ਮੈਂ ਕਥਾ ਲਿਖਣ ਲੱਗਾ, ਪਰ ਉਸ ਤੋਂ ਪਹਿਲਾਂ ਮਹਾਰਾਜ ਜੀ ਮੈਂ ਆਪਣਾ ਮੱਥਾ ਆਪ ਜੀ ਦੇ ਚਰਨਾਂ ਤੇ ਰੱਖ ਕੇ ਆਪ ਜੀ ਨੂੰ ਨਮਸਕਾਰ ਕਰਦਾ ਹਾਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਚਰਨਾਂ ਨੂੰ ਪ੍ਰਣਾਮ ਕਰਦਾ ਹਾਂ। ਸਵਈਆ ਪਾਸ ਪਰਾਗ ਸੀ ਸੋਹਤ ਸੁੰਦਰ ਗੰਧ ਸੀ ਕੀਰਤ ਮੰਦ ਬਸਾਨਾ। ਕਵੀ ਰਾਜ ਭਾਈ ਸੰਤੋਖ ਕਹਿੰਦੇ ਮਹਾਰਾਜ ਸਾਹਿਬ ਜੀ ਜਿਵੇਂ ਕਬਲ ਦੇ ਫੁੱਲਾਂ ਤੇ ਪਰਾਗ ਸੋਹਣਾ ਲੱਗਦਾ ਹੈ ਨਾ, ਸੰਗਤ ਜੀ ਕਮਲ ਦਾ ਫੁੱਲ ਜਿਨ੍ਹਾਂ ਨੇ ਵੇਖਿਆ ਹੋਵੇ ਉਹਦੇ ਵਿੱਚ ਖੱਟੀਆਂ ਖੱਟੀਆਂ ਛੋਟੀਆਂ ਛੋਟੀਆਂ ਜੀਆਂ ਬੂਟੀਆਂ ਹੁੰਦੀਆਂ ਨੇ, ਉਹਨੂੰ ਕਹਿੰਦੇ ਪਰਾਗ। ਮਹਾਰਾਜ ਸਾਹਿਬ ਜੀ ਜਿਵੇਂ ਉਹ ਪਰਾਗ ਸੋਹਣਾ ਲੱਗਦਾ ਏ, ਇਸੇ ਤਰ੍ਹਾਂ ਆਪ ਜੀ ਦੇ ਚਰਨਾਂ ਦੀ ਧੂੜ ਜਿਹੜੀ ਉਹ ਸੋਹਣੀ ਲੱਗਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਜਿਹੜੀ ਧੂੜ ਆਪ ਜੀ ਦੇ ਚਰਨਾਂ ਨੂੰ ਲੱਗ ਜਾਵੇ ਉਹ ਸੋਹਣੀ ਲੱਗਣ ਲੱਗ ਪੈਂਦੀ ਹੈ। ਕੋਮਲਤਾ ਇੱਕ ਸੇ ਨਿਰਲੇਪਤਾ ਸੀ ਨਿਰਲੇਪ ਸਮਾਨਾ। ਮਹਾਰਾਜ ਜੀ ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਬੜੀਆਂ ਕੋਮਲ ਹਨ, ਸੱਚੇ ਪਾਤਸ਼ਾਹ ਇਦਾਂ ਆਪ ਜੀ ਦੇ ਚਰਨ ਬੜੇ ਕੋਮਲ ਹਨ। ਇਹ ਆਪ ਜੀ ਦੇ ਚਰਨਾਂ ਵਿੱਚ ਤੇ ਕਮਲ ਦੇ ਫੁੱਲ ਵਿੱਚ ਇੱਕ ਸਮਾਨਤਾ ਹੈ। ਜੋ ਭਵ ਪੂਰ ਪਰਾਸਰ ਸੀ ਤਿਸ ਤੇ ਨਿਤ ਉਰਦ ਸੋ ਬਿਗਸਾਨਾ। ਕਹਿੰਦੇ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿ ਕੇ ਨਿਰਲੇਪ ਰਹਿੰਦਾ ਹੈ ਨਾ, ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਆਪ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਮਾਇਆ ਮੋਹ ਪਦਾਰਥਾਂ ਤੋਂ ਨਿਰਲੇਪ ਹੋ। ਹੈ ਅਰਬਿੰਦ ਸੇ ਅੰਗਦ ਕੇ ਪਗ ਮੁਖਦ ਏਕ ਵਿਸ਼ੇਖਤਾ ਜਾਨਾ। ਸੱਚੇ ਪਾਤਸ਼ਾਹ ਜੀ ਭਾਵੇਂ ਕਮਲ ਦੇ ਫੁੱਲ ਵਿੱਚ ਇੱਕ ਸਮਾਨਤਾ ਹੈ, ਪਰ ਸੱਚੇ ਪਾਤਸ਼ਾਹ ਜੀ ਕਮਲ ਦਾ ਫੁੱਲ ਜਿਹੜਾ ਮੁਕਤੀ ਨਹੀਂ ਦੇ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਵੇਂ ਤੁਹਾਡੇ ਚਰਨ ਕਮਲ ਦੇ ਫੁੱਲ ਵਰਗੇ ਕੋਮਲ ਹਨ, ਪਰ ਸੱਚੇ ਪਾਤਸ਼ਾਹ ਜੀ ਕਮਲ ਦਾ ਫੁੱਲ ਜਿਹੜਾ ਉਹ ਮੁਕਤੀ ਨਹੀਂ ਦੇ ਸਕਦਾ। ਆਪ ਜੀ ਦੇ ਵਿੱਚ ਇਹ ਵਿਸ਼ੇਸ਼ਤਾ ਹੈ। ਆਪ ਜੀ ਦੇ ਚਰਨਾਂ 'ਚ ਜਿਹੜਾ ਜੁੜ ਜਾਵੇ ਆਪ ਜੀ ਮੁਕਤੀ ਪ੍ਰਦਾਨ ਕਰਦੇ ਹੋ। ਦੋਹਰਾ ਸ੍ਰੀ ਸਤਗੁਰ ਬਰ ਅਮਰ ਜੀ ਸ਼ਰਨ ਨਰਨ ਦੁਖ ਹਰਨ। ਹੁਣ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਯਾਦ ਕਰਦੇ ਹਨ। ਸ਼੍ਰੀ ਸਤਗੁਰ ਬਰ ਅਮਰ ਜੀ ਸ਼ਰਨ ਨਰਨ ਦੁਖ ਹਰਨ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜਾ ਤੁਹਾਡੇ ਦਰਸ਼ਨ ਕਰ ਲੈਂਦਾ ਹੈ ਨਾ, ਤੁਸੀਂ ਉਸ ਦੇ ਵੱਡੇ ਵੱਡੇ ਦੁੱਖ ਦੂਰ ਕਰ ਦਿੰਦੇ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਵੱਡੇ ਤੋਂ ਵੱਡਾ ਦੁੱਖ ਵੀ ਹੋਵੇ ਸੰਗਤ ਜੀ
ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੋਇੰਦਵਾਲ ਸਾਹਿਬ ਹਨ। ਅੰਮ੍ਰਿਤ ਵੇਲੇ ਰੋਣ ਦੀ ਆਵਾਜ਼ ਆਈ। ਭਾਈ ਬੱਲੂ ਜੀ ਨੂੰ ਪੁੱਛਦੇ ਨੇ ਗੁਰੂ ਅਮਰਦਾਸ ਸਾਹਿਬ, ਕਹਿੰਦੇ ਵੇਖੋ ਵੀ ਕੌਣ ਰੋਂਦਾ ਹੈ। ਭਾਈ ਬੱਲੂ ਜੀ ਸਤਿਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਗਏ। ਉਹਨਾਂ ਵੇਖਿਆ ਵੀ ਇੱਕ ਮਾਂ ਦਾ ਨੌਜਵਾਨ ਪੁੱਤਰ ਚੜ੍ਹਾਈ ਕਰ ਗਿਆ। ਸੰਗਤ ਜੀ, ਦੁਨੀਆ ਦਾ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਮਾਂ ਦੇ ਸਾਹਮਣੇ ਉਹਦਾ ਨੌਜਵਾਨ ਪੁੱਤਰ ਚੜ੍ਹਾਈ ਕਰ ਜਾਣਾ। ਇਹ ਵੱਡਾ ਦੁੱਖ ਹੈ। ਇਸ ਤੋਂ ਵੱਡਾ ਦੁੱਖ ਹੋਰ ਕੋਈ ਨਹੀਂ ਹੈ। ਮਹਾਰਾਜ ਸਾਹਿਬ ਜੀ ਨੂੰ ਆ ਕੇ ਭਾਈ ਬੱਲੂ ਜੀ ਨੇ ਦੱਸਿਆ ਕਿ ਸੱਚੇ ਪਾਤਸ਼ਾਹ ਇੱਕ ਮਾਤਾ ਏ, ਉਹਦਾ ਜਵਾਨ ਪੁੱਤ ਚੜ੍ਹਾਈ ਕਰ ਗਿਆ। ਤੇ ਸੰਗਤ ਜੀ, ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਲੈ ਕੇ ਆਓ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਬੇਟਾ ਤੂੰ ਰੋ ਨਾ। ਕਹਿੰਦੀ ਸੱਚੇ ਪਾਤਸ਼ਾਹ ਇੱਕੋ ਪੁੱਤਰ ਚੜ੍ਹਾਈ ਕਰ ਗਿਆ, ਰੋਵਾਂ ਨਾ ਤੇ ਹੋਰ ਮੈਂ ਕੀ ਕਰਾਂ। ਤੇ ਸੰਗਤ ਜੀ, ਜਿਹੜਾ ਥੜਾ ਸਾਹਿਬ ਹੈ ਨਾ, ਬੌਲੀ ਸਾਹਿਬ ਦੇ ਸਾਹਮਣੇ ਤੁਸੀਂ ਆਪ ਜੀ ਨੇ ਕਈਆਂ ਨੇ ਦਰਸ਼ਨ ਕੀਤੇ ਹੋਣੇ। ਮਹਾਰਾਜ ਜੀ ਨੇ ਉਹਨੂੰ, ਉਹ ਜਿਹੜਾ ਨੌਜਵਾਨ ਸੀ, ਉੱਥੇ ਲੰਮੇ ਪਾਇਆ ਤੇ ਸੰਗਤ ਜੀ ਬੌਲੀ ਸਾਹਿਬ ਦਾ ਜਲ ਲਿਆ ਕੇ ਉਹਦੇ ਛਿੱਟੇ ਮਾਰੇ ਤੇ ਸੰਗਤ ਜੀ ਉਹ ਸੁਰਜੀਵਤ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਠ ਕੇ ਬਹਿ ਗਿਆ। ਗੁਰੂ ਅੰਗਦ ਵਾਹਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਅੱਜ ਤੋਂ ਬਾਅਦ ਕਿਸੇ ਮਾਂ ਦਾ ਪੁੱਤ ਉਹਦੀਆਂ ਅੱਖਾਂ ਸਾਹਮਣੇ ਚੜ੍ਹਾਈ ਨਹੀਂ ਕਰੂਗਾ। ਇਹ ਮਹਾਰਾਜ ਜੀ ਨੇ ਬਚਨ ਕਰ ਦਿੱਤਾ। ਤੇ ਕੋਈ ਸਾਡੇ ਵਰਗਾ ਵੀ ਵਿੱਚ ਹੀ ਬੈਠਾ ਹੋਣਾ, ਕਹਿੰਦਾ ਮਹਾਰਾਜ ਜੀ ਕਿੰਨੇ ਸਮੇਂ ਵਾਸਤੇ। ਕਹਿੰਦੇ ਜਿੰਨਾ ਚਿਰ, ਮਹਾਰਾਜ ਸਾਹਿਬ ਕਹਿੰਦੇ ਜਿੰਨਾ ਚਿਰ ਅਸੀਂ ਸਰੀਰ ਵਿੱਚ ਆ। ਉਹ ਜੇ ਨਾਮ ਬੋਲਦਾ, ਹੋ ਸਕਦਾ ਉਹ ਕਲਾ ਮਹਾਰਾਜ ਸਾਹਿਬ ਜੀ ਦੀ ਅੱਜ ਤੱਕ ਵਰਤਦੀ, ਹੋ ਕੀ ਸਕਦਾ ਉਹ ਕਲਾ ਵਰਤਣੀ ਸੀ, ਪਰ ਉਹ ਵਿੱਚੋਂ ਬੋਲ ਪਿਆ। ਕਹਿੰਦਾ ਮਹਾਰਾਜ ਜੀ ਕਿੰਨਾ ਚਿਰ। ਸੱਚੇ ਪਾਤਸ਼ਾਹ ਕਹਿੰਦੇ ਵੀ ਜਿੰਨਾ ਚਿਰ ਅਸੀਂ ਸਰੀਰ ਵਿੱਚ ਆ। ਤੇ ਸੰਗਤ ਜੀ, ਜਿੰਨਾ ਟਾਈਮ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਚੋਲੇ ਵਿੱਚ ਰਹੇ ਨੇ, ਉਹਨਾਂ ਚਿਰ ਸੰਗਤ ਜੀ ਕਿਸੇ ਮਾਂ ਦਾ ਪੁੱਤ ਨਹੀਂ ਚੜ੍ਹਾਈ ਕੀਤਾ। ਵੇਖੋ ਕਿੱਡਾ ਵੱਡਾ ਦੁੱਖ ਹੈ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਸ਼੍ਰੀ ਸਤਿਗੁਰ ਬਰ ਅਮਰ ਜੀ ਸ਼ਰਨ ਨਰਨ ਦੁੱਖ ਹਰਨ। ਸੱਚੇ ਪਾਤਸ਼ਾਹ ਤੁਸੀਂ ਜੀਵਾਂ ਦੇ ਵੱਡੇ ਵੱਡੇ ਦੁੱਖ ਦੂਰ ਕਰਨ ਵਾਲੇ ਹੋ। ਕਾਰਨ ਕਰਨ ਸੁਝਾਨ ਮਨ ਨਮਸਕਾਰ ਤਿਨ ਚਰਨ। ਸੱਚੇ ਪਾਤਸ਼ਾਹ ਜੀ ਤੁਸੀਂ ਸਮਰੱਥ ਹੋ। ਕਾਰਨ ਕਰਨ ਭਾਵ ਕਿ ਤੁਸੀਂ ਸਾਰਾ ਕੁਝ ਕਰਨ ਦੀ ਸਮਰੱਥਾ ਰੱਖਦੇ ਹੋ। ਮੈਂ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਕਬਿਤ ਰਜਨੀ ਅਵਦਿਆ ਸਰ ਭਰਮ ਸੋ ਤਿਮਰ ਹਰ। ਕੋਕ ਸੇ ਕਿੰਕਰ ਬਰ ਕੀਨੇ ਬਰੋਸ਼ੀਨ ਹੈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੱਚੇ ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ, ਜਿਵੇਂ ਸੂਰਜ ਚੜ੍ਹਨ ਦੇ ਨਾਲ ਹਨੇਰਾ ਖਤਮ ਹੋ ਜਾਂਦਾ ਹੈ ਨਾ, ਜਿਵੇਂ ਸੂਰਜ ਚੜ੍ਹਨ ਦੇ ਨਾਲ ਆਪ ਜੀ ਵੇਖਦੇ ਹੋ ਭਾਵੇਂ ਕਿੰਨੀ ਵੀ ਰਾਤ ਅੰਧੇਰੀ ਕਿਉਂ ਨਾ ਹੋਵੇ, ਜਦੋਂ ਸੂਰਜ ਚੜ੍ਹਦਾ ਹੈ ਸੰਗਤ ਜੀ ਹਨੇਰਾ ਖਤਮ ਹੋ ਜਾਂਦਾ। ਤੇ ਕਵੀ ਰਾਜ ਭਾਈ ਸੰਤੋਖ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਜੀ ਜਦੋਂ ਆਪ ਜੀ ਦਾ ਕੋਈ ਦਰਸ਼ਨ ਕਰ ਲਵੇ, ਜਿਵੇਂ ਸੂਰਜ ਦੇ ਚੜ੍ਹਨ ਦੇ ਨਾਲ ਹਨੇਰਾ ਖਤਮ ਹੋ ਜਾਂਦਾ ਹੈ ਨਾ, ਇਦਾਂ ਆਪ ਜੀ ਦੇ ਦਰਸ਼ਨ ਕਰਨ ਦੇ ਨਾਲ ਅਵਿਦਿਆ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਮਾਲ ਉੱਡ ਕਲਮਲ ਕੰਦਲ ਦੁਰਾਏ ਦਲ ਪਲ ਪਲ ਗਿਆਨ ਸੋ ਪ੍ਰਕਾਸ਼ ਪਵ ਕੀਨ ਹੈ। ਕਹਿੰਦੇ ਜਿਵੇਂ ਆਕਾਸ਼ ਵਿੱਚ ਬੜੇ ਤਾਰੇ ਹੁੰਦੇ ਨੇ ਤੇ ਜਦੋਂ ਸੂਰਜ ਚੜ੍ਹਦਾ ਹੈ ਨਾ ਤੇ ਉਹ ਤਾਰੇ ਛੁਪ ਜਾਂਦੇ ਨੇ। ਮਹਾਰਾਜ ਜੀ ਇਸੇ ਤਰ੍ਹਾਂ ਜਦੋਂ ਆਪ ਜੀ ਦਾ ਕੋਈ ਦਰਸ਼ਨ ਕਰ ਲਵੇ ਨਾ, ਜਦੋਂ ਆਪ ਜੀ ਦਾ ਦਰਸ਼ਨ ਕੋਈ ਕਰ ਲਵੇ ਤੇ ਜਿਹੜੇ ਪਾਪਾਂ ਰੂਪੀ ਤਾਰੇ ਹਨ ਉਹ ਖਤਮ ਹੋ ਜਾਂਦੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਵ ਕਿ ਆਪ ਜੀ ਦੇ ਦਰਸ਼ਨ ਕਰਨ ਦੇ ਨਾਲ, ਆਪ ਜੀ ਨੂੰ ਯਾਦ ਕਰਨ ਦੇ ਨਾਲ ਜਿਹੜੇ ਪਾਪਾਂ ਰੂਪੀ ਤਾਰੇ ਉਹ ਛਿਪ ਜਾਂਦੇ ਹਨ। ਆਪ ਜੀ ਪਲ ਪਲ ਗਿਆਨ ਬਖਸ਼ਣ ਵਾਲੇ ਹੋ। ਬੇਮੁਖ ਕੁਮੁਦ ਦੁਖ ਸਨਮੁਖ ਕੰਜ ਸੁਖ। ਗਤ ਸੋ ਭਗਤ ਨਿਤ ਜਾਣੀਏ ਅਧੀਨ ਹੈ। ਮਹਾਰਾਜ ਜੀ ਜਿਹੜੇ ਬੇਮੁਖ ਨੇ ਉਹਨਾਂ ਨੂੰ ਆਪ ਜੀ ਦੇ ਦਰਸ਼ਨ ਕਰਕੇ ਹੋਰ ਉਹ ਦੁਖਦੇ ਹੁੰਦੇ ਨੇ, ਪਰ ਜਿਹੜੇ ਆਪ ਜੀ ਤੇ ਭਾਵਨਾ ਰੱਖਣ ਵਾਲੇ ਨੇ ਸੱਚੇ ਪਾਤਸ਼ਾਹ ਜੀ, ਉਹਨਾਂ ਨੂੰ ਆਪ ਜੀ ਦੇ ਦਰਸ਼ਨ ਪ੍ਰਾਪਤ ਕਰਕੇ ਸੁਖ ਪ੍ਰਾਪਤ ਹੁੰਦਾ ਏ
ਤੇ ਸੱਚੇ ਪਾਤਸ਼ਾਹ ਗਤ ਸੋ ਭਗਤ ਨਿਤ ਜਾਨੀਐ ਅਧੀਨ ਹੈ। ਤੁਸੀਂ ਆਪਣੇ ਪਿਆਰਿਆਂ ਦੀ ਆਗਿਆ ਵਿੱਚ ਰਹਿੰਦੇ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ, ਭਾਵ ਕਿ ਤੁਸੀਂ ਆਪਣੇ ਪਿਆਰਿਆਂ ਦਾ ਬਚਨ ਮੰਨਦੇ ਹੋ। ਅਮਰ ਦਰਸ ਭਾਨ ਲਛਨ ਸਮਾਨ ਸਭ ਏਕ ਗੁਣ ਅਦਕ ਪੈ ਤਪਤ ਬਹੀਨ ਹੈ। ਸੱਚੇ ਪਾਤਸ਼ਾਹ ਸੂਰਜ ਦੇ ਵਿੱਚ ਤੇ ਆਪ ਜੀ ਦੇ ਵਿੱਚ ਸਮਾਨਤਾ ਹੈ। ਵੀ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਵੀ ਜਿਵੇਂ ਹਨੇਰਾ ਖਤਮ ਹੋ ਜਾਂਦਾ ਸੂਰਜ ਦੇ ਚੜ੍ਹਨ ਦੇ ਨਾਲ, ਤਾਰੇ ਜਿਹੜੇ ਨੇ ਜਿੱਦਾਂ ਆਪਾਂ ਪੜ੍ਹਦੇ ਹਾਂ, ਭਾਈ ਗੁਰਦਾਸ ਜੀ ਲਿਖਦੇ ਨੇ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਸੱਚੇ ਪਾਤਸ਼ਾਹ ਪਾਪਾਂ ਰੂਪੀ ਤਾਰੇ ਛੁਪ ਜਾਂਦੇ ਨੇ, ਪਰ ਸੱਚੇ ਪਾਤਸ਼ਾਹ ਤੁਹਾਡੇ ਵਿੱਚ ਸੂਰਜ ਤੋਂ ਬੜੇ ਵੱਡੇ ਗੁਣ ਨੇ। ਸੂਰਜ ਦੀ ਰੋਸ਼ਨੀ ਜਿਹੜੀ ਉਹ ਤਪਤ ਦਿੰਦੀ ਹੈ, ਪਰ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਕਰਕੇ ਤਪਦੇ ਹਿਰਦਿਆਂ ਨੂੰ ਵੀ ਠੰਡ ਪੈ ਜਾਂਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਜਿਹੜਾ ਆਪ ਜੀ ਦੇ ਦਰਸ਼ਨ ਕਰ ਲਵੇ ਉਹਨਾਂ ਦੇ ਤਪਦੇ ਹਿਰਦਿਆਂ ਨੂੰ ਠੰਡ ਪੈ ਜਾਂਦੀ ਹੈ। ਦੋਹਰਾ ਰਾਮਦਾਸ ਸੁਖ ਰਾਜ ਪ੍ਰਭ ਸੇਵਕ ਤਰਾਸ ਬੇਦਾਰ। ਹੁਣ ਕਵੀ ਰਾਜ ਭਾਈ ਸੰਤੋਖ ਜੀ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰ ਰਹੇ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਸੁੱਖਾਂ ਦੇ ਖਜ਼ਾਨੇ ਹੋ, ਆਪਣੇ ਸਿੱਖ ਸੇਵਕਾਂ ਦਾ ਭੈ ਦੂਰ ਕਰਨ ਵਾਲੇ ਹੋ। ਪਗ ਪਰ ਮੋਰ ਪਰ ਨਾਮ ਹੈ ਪਰਨਾ ਸ਼ਰਨ ਵਿਚਾਰ। ਸੱਚੇ ਪਾਤਸ਼ਾਹ ਮੈਂ ਕਥਾ ਲਿਖਣ ਲੱਗਾ ਹਾਂ ਤੇ ਆਪ ਜੀ ਦੇ ਚਰਨਾਂ ਦਾ ਆਸਰਾ ਲੈ ਲਿਆ ਹਾਂ। ਮੇਰੇ ਤੇ ਕਿਰਪਾ ਕਰਿਓ, ਮੈਂ ਆਪਣਾ ਮੱਥਾ ਰੱਖ ਕੇ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਕਬਿਤ ਭੁਖ ਕਰ ਭਰੇ ਭੁਖ ਕਰ ਜਇਓ, ਭੇਖ ਕਰ ਸਸੀ ਕਰ ਕਰੈ ਦੁਤਹੀਨ ਹੈ। ਹੁਣ ਸੰਗਤ ਜੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸਤਿਗੁਰੂ ਦੇ ਚਰਨਾਂ ਦੀ ਤੁਲਨਾ ਕਮਲ ਦੇ ਫੁੱਲ ਦੇ ਨਾਲ ਕਰਦੇ ਨੇ, ਪਰ ਇਸ ਸਵਈਏ ਵਿੱਚ ਕਹਿੰਦੇ ਮਹਾਰਾਜ ਜੀ ਕਮਲ ਦਾ ਫੁੱਲ ਤੇ ਤੁਹਾਡੇ ਚਰਨਾਂ ਦਾ ਕੋਈ ਮੁਕਾਬਲਾ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਵੀ ਜਿਹੜਾ ਕਮਲ ਦਾ ਫੁੱਲ ਹੈ ਸੰਗਤ ਜੀ ਸੂਰਜ ਦੇ ਚੜ੍ਹਨ ਦੇ ਨਾਲ ਖਿੜਦਾ ਹੈ ਉਹ, ਤੇ ਚੰਦਰਮਾ ਜਦੋਂ ਆ ਜਾਂਦਾ ਹੈ ਭਾਵ ਰਾਤ ਹੋ ਜਾਂਦੀ ਹੈ ਤੇ ਉਹ ਕੁਮਲਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਇਸੇ ਕਰਕੇ ਜਦੋਂ ਸੂਰਜ ਚੜ੍ਹਦਾ ਹੈ ਕਮਲ ਦਾ ਫੁੱਲ ਖਿੜਦਾ ਹੈ, ਪਰ ਉਹ ਚੰਦਰਮਾ ਦੇ ਨਾਲ ਮੱਧਮ ਪੈ ਜਾਂਦਾ ਹੈ। ਭੁਖ ਕਰਹੀਨ ਦਿਨ ਕਰ ਕਰੇ ਸ਼ੀਨ ਤਿਸ, ਖਰ ਧਾਰੀ ਦੇਹ ਪਰ ਯਾਤੇ ਸੋ ਮਲੀਨ ਹੈ। ਸੰਗਤ ਜੀ ਜਾਂ ਫਿਰ ਕਮਲ ਦਾ ਫੁੱਲ ਪਤਾ ਕਦੋਂ ਖਿੜਦਾ, ਸਰੋਵਰ ਵਿੱਚ ਪਾਣੀ ਵੀ ਬਹੁਤ ਜ਼ਿਆਦਾ ਹੋਵੇ ਤੇ ਸੂਰਜ ਦੀਆਂ ਕਿਰਨਾਂ ਵੀ ਹੋਣ। ਤੇ ਕਵੀ ਰਾਜ ਕਹਿੰਦੇ ਨੇ ਵੀ ਜਦੋਂ ਸਰੋਵਰ ਦੇ ਵਿੱਚੋਂ ਪਾਣੀ ਖਤਮ ਹੋ ਜਾਂਦਾ ਹੈ ਨਾ, ਫਿਰ ਉਹ ਸੂਰਜ ਦੀਆਂ ਕਿਰਨਾਂ ਹੀ ਕਮਲ ਦੇ ਫੁੱਲ ਦਾ ਵਿਨਾਸ਼ ਕਰ ਦਿੰਦੀਆਂ ਹਨ। ਸੁਖ ਮਨਿਹਾਰ ਪੂਰ ਦਾਹਿਤ ਅਪਾਰਿਆਨ, ਜਗਤ ਤੁਖਾਰ ਇਤੇ ਔਗਣ ਅਧੀਨ ਹੈ। ਕਹਿੰਦੇ ਮਹਾਰਾਜ ਜੀ ਫੁੱਲ ਦੇ ਔਗਣ, ਫੁੱਲ ਵਿੱਚ ਇੱਕ ਹੋਰ ਔਗਣ ਹੈ ਕਮਲ ਦੇ ਫੁੱਲ ਵਿੱਚ। ਕਹਿੰਦੇ ਜਿਹੜਾ ਮਰਜੀ ਭੌਰਾ ਆ ਕੇ ਬਹਿ ਜਾਂਦਾ ਏ, ਤੇ ਸੰਗਤ ਜੀ ਜਦੋਂ ਭੌਰਾ ਰਸ ਚੂਸਦਾ ਹੈ ਨਾ, ਕਹਿੰਦੇ ਕਮਲ ਦੇ ਫੁੱਲ ਨੂੰ ਉਦੋਂ ਤਕਲੀਫ ਹੁੰਦੀ ਹੈ। ਮਹਾਰਾਜ ਜੀ ਇਹ ਕਮਲ ਦੇ ਫੁੱਲ ਵਿੱਚ ਔਗਣ ਹੈ। ਦੂਸਰਾ ਜਿਹੜੀ ਕਮਲ ਦੇ ਫੁੱਲ ਦੀ ਇੱਕ ਨਾੜੀ ਹੈ ਉਹ ਸਦਾ ਚਿੱਕੜ ਦੇ ਨਾਲ ਲਿਬੜੀ ਰਹਿੰਦੀ ਹੈ। ਸਤਿਗੁਰ ਰਾਮਦਾਸ ਚਰਨ ਮੁਕਤ ਦੇਤ, ਉਪਮਾ ਕਮਲ ਕੀ ਨਾ ਬਣੈ ਬਿਦਹੀਨ ਹੈ। ਸੱਚੇ ਪਾਤਸ਼ਾਹ ਇਸ ਕਰਕੇ ਕਮਲ ਦੇ ਫੁੱਲ ਦੀ ਤੇ ਤੁਹਾਡੇ ਚਰਨਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਮਲ ਦੇ ਫੁੱਲ ਤੇ ਆਪ ਜੀ ਦੇ ਚਰਨਾਂ ਦਾ ਕੋਈ ਮੁਕਾਬਲਾ ਨਹੀਂ ਹੈ, ਕਿਉਂਕਿ ਕਮਲ ਦਾ ਫੁੱਲ ਸੂਰਜ ਦੇ ਵੀ ਅਧੀਨ ਹੈ। ਜਿੰਨਾ ਚਿਰ ਸੂਰਜ ਨਹੀਂ ਚੜ੍ਹਦਾ ਸੰਗਤ ਜੀ ਉਹਨਾਂ ਚਿਰ ਕਮਲ ਦਾ ਫੁੱਲ ਖਿੜਦਾ ਨਹੀਂ। ਚੰਦਰਮਾ ਦੇ ਨਾਲ ਸੱਚੇ ਪਾਤਸ਼ਾਹ ਉਹਦੀਆਂ ਪੱਤੀਆਂ ਜਿਹੜੀਆਂ ਉਹ ਮੱਧਮ ਪੈ ਜਾਂਦੀਆਂ ਨੇ। ਜੇ ਸਰੋਵਰ ਵਿੱਚ ਪਾਣੀ ਨਾ ਹੋਵੇ ਤੇ ਉਹੋ ਹੀ ਸੂਰਜ ਦੀ ਰੋਸ਼ਨੀ ਉਹਨੂੰ ਛਾੜ ਦਿੰਦੀ ਹੈ। ਕਮਲ ਦਾ ਫੁੱਲ ਜਿਹੜਾ ਏ ਉਹ ਚਿੱਕੜ ਦੇ ਨਾਲ ਹਮੇਸ਼ਾ ਲਿਬੜਿਆ ਰਹਿੰਦਾ ਏ। ਤੇ ਇਸ ਕਰਕੇ ਸੱਚੇ ਪਾਤਸ਼ਾਹ ਜੀ ਜਿਹੜਾ ਕਮਲ ਦਾ ਫੁੱਲ ਹੈ ਸੂਰਜ ਦੇ ਅਧੀਨ, ਚੰਦਰਮੇ ਦੇ ਅਧੀਨ, ਪਾਣੀ ਦੇ ਅਧੀਨ, ਭੌਰਿਆਂ ਦੇ ਅਧੀਨ ਹੈ,
ਪਰ ਮਹਾਰਾਜ ਜੀ ਆਪ ਜੀ ਜਿਹੜੇ ਉਹ ਆਪ ਜੀ ਨੂੰ ਕਿਸੇ ਦਾ ਕੋਈ ਭੈ ਨਹੀਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾ ਸੱਚੇ ਪਾਤਸ਼ਾਹ ਤੁਹਾਨੂੰ ਕਿਸੇ ਦਾ ਡਰ ਹੈ, ਨਾ ਤੁਸੀਂ ਕਿਸੇ ਦੇ ਅਧੀਨ ਹੋ। ਤੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਚਰਨ ਆਜ਼ਾਦ ਹਨ, ਉਹ ਔਗਣਾਂ ਦੇ ਨਾਲ ਭਰੇ ਹੋਏ ਜੀਵਾਂ ਨੂੰ ਮੁਕਤੀ ਦਿੰਦੇ ਨੇ। ਕਮਲ ਦਾ ਫੁੱਲ ਸੱਚੇ ਪਾਤਸ਼ਾਹ ਮੁਕਤੀ ਨਹੀਂ ਦੇ ਸਕਦਾ, ਆਪ ਜੀ ਦੇ ਚਰਨ ਜਿਹੜੇ ਉਹ ਮੁਕਤੀ ਪ੍ਰਦਾਨ ਕਰਦੇ ਹਨ। ਦੋਹਰਾ ਸ੍ਰੀ ਅਰਜਨ ਸਰੋਤਾ ਅਰਜ ਸਿਰਜਨ ਅਰਜ ਤਾਏ। ਹੁਣ ਭਾਈ ਕਵੀ ਸੰਤੋਖ ਸਿੰਘ ਜੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਦੇ ਨੇ। ਸ੍ਰੀ ਅਰਜਨ ਸਰੋਤਾ ਅਰਜ ਸਿਰਜਨ ਆਰਤ ਤਾਏ। ਕਹਿੰਦੇ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਸਿੱਖਾਂ ਸੇਵਕਾਂ ਦੀਆਂ ਬੇਨਤੀਆਂ ਨੂੰ ਸੁਣਨ ਵਾਲੇ ਹਨ, ਉਹ ਵਡਿਆਈਆਂ ਦੇ ਰਚਨਹਾਰ ਹਨ। ਇਹ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਵਡਿਆਈ ਹੈ। ਲਰਜਤ ਜਮ ਜਿਨ ਨਾਮ ਤੇ ਬੰਦੋ ਤਿੰਨ ਜੁਗ ਪਾਏ। ਮਹਾਰਾਜ ਜੀ ਜਿਹੜਾ ਸਿੱਖ ਆਪ ਜੀ ਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਵੱਡੇ ਵੱਡੇ ਜਮ ਜਿਹੜੇ ਨੇ ਉਹਦੇ ਤੋਂ ਕੰਬਣ ਲੱਗ ਪੈਂਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਤੁਹਾਡਾ ਨਾਮ ਸੁਣ ਕੇ ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਮਹਾਰਾਜ ਜੀ ਤੁਹਾਡਾ ਨਾਮ ਸੁਣ ਕੇ ਵੱਡੇ ਵੱਡੇ ਜਿਹੜੇ ਧਰਮ ਰਾਜ ਦੇ ਦੂਤ ਹਨ ਉਹ ਵੀ ਤੁਹਾਡੇ ਨਾਮ ਤੋਂ ਕੰਬਦੇ ਹਨ। ਮਹਾਰਾਜ ਜੀ ਬਾਣੀ ਵਿੱਚ ਜ਼ਿਕਰ ਕਰਦੇ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ। ਧਰਮ ਰਾਜਾ ਆਪਣੇ ਦੂਤਾਂ ਨੂੰ ਚੇਤਾਵਨੀ ਦਿੰਦਾ ਹੈ, ਜਹ ਸਾਧੂ ਕਹਿੰਦੇ ਜਿੱਥੇ ਰੱਬ ਦਾ ਪਿਆਰਾ ਸਾਧੂ ਤੋਂ ਭਾਵ ਜਿਨਨੇ ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧਿਆ ਹੋਵੇ। ਸੰਗਤ ਜੀ ਮਨ ਨੂੰ ਸਾਧਣਾ ਬੜਾ ਔਖਾ ਹੈ। ਜਹ ਸਾਧੂ ਗੋਬਿੰਦ ਭਜਨ, ਜਿੱਥੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਹੋ ਰਹੀ ਹੋਵੇ। ਕੀਰਤਨ ਨਾਨਕ ਨੀਤ, ਜਿੱਥੇ ਸਤਿਗੁਰਾਂ ਦੀ ਬਾਣੀ ਦਾ ਨਿਤ ਕੀਰਤਨ ਹੁੰਦਾ ਹੋਵੇ। ਤੇ ਧਰਮ ਰਾਜਾ ਕਹਿੰਦਾ ਆਪਣੇ ਦੂਤਾਂ ਨੂੰ ਚੇਤਾਵਨੀ ਦਿੰਦਾ, ਕਹਿੰਦਾ ਉੱਥੇ ਨਾ ਜਾਇਓ। ਕਹਿੰਦਾ ਜੇ ਤੁਸੀਂ ਉੱਥੇ ਗਏ ਨਾ ਤੁਸੀਂ ਬੱਧਿਆਂ ਸੁੱਟਣਾ ਜੇ ਤੇ ਨਾ ਮੈਂ ਛੁੱਟਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ। ਕਹਿੰਦੇ ਕਿਤੇ ਨੇੜੇ ਵੀ ਨਾ ਢੁੱਕ ਜਿਓ ਜਿੱਥੇ ਕੋਈ ਰੱਬ ਦਾ ਪਿਆਰਾ ਬਾਣੀ ਪੜ੍ਹਦਾ ਹੋਵੇ। ਇਸੇ ਤਰ੍ਹਾਂ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਮਹਾਰਾਜ ਸਾਹਿਬ ਜੀ ਆਪ ਜੀ ਦੇ ਨਾਮ ਤੋਂ ਜਮ ਵੀ ਕੰਬਦੇ ਹਨ। ਮੈਂ ਦੋਵੇਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਦਾ ਹਾਂ। ਕਬਿਤ ਲੋਚਨ ਬਿਲੋਕਤ ਨ ਚਾਹ ਚਿਤ ਆਨ ਦੁੱਤ ਬਿਸਕੇ ਬਿਲਾਸ ਆਸ ਪਾਸਨ ਨ ਜਾਵਈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜਾ ਸਿੱਖ ਆਪ ਜੀ ਦੇ ਚਿਹਰੇ ਦੇ ਦਰਸ਼ਨ ਕਰ ਲਵੇ ਨਾ, ਉਹ ਹੋਰ ਕੋਈ ਚੀਜ਼ ਭਾਵੇਂ ਕਿੱਡੀ ਵੀ ਸੁੰਦਰ ਕਿਉਂ ਨਾ ਹੋਵੇ, ਉਹ ਕਹਿੰਦੇ ਉਸ ਚੀਜ਼ ਨੂੰ ਗੁਰਸਿੱਖ ਵੇਖਣਾ ਨਹੀਂ ਚਾਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਉਹ ਸਿੱਖ ਫਿਰ ਜਿਹੜਾ ਆਪ ਜੀ ਦੇ ਦਰਸ਼ਨ ਕਰ ਲਵੇ ਉਹ ਕਿਸੇ ਚੀਜ਼ ਨੂੰ ਵੇਖਣਾ ਨਹੀਂ ਚਾਹੁੰਦਾ। ਸੰਗਤ ਜੀ ਗੜ੍ਹ ਸ਼ੰਕਰ ਇੱਕ ਪਿੰਡ ਹੈ, ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦਿਆਂ ਰਾਹ ਵਿੱਚ ਆਉਂਦਾ ਹੈ। ਕਹਿੰਦੇ ਉੱਥੇ ਇੱਕ ਜੋਗੀ ਆਇਆ, ਉਹ ਕਹਿੰਦਾ ਵੀ ਜਿਹੜਾ ਮੈਨੂੰ ਇੱਕ ਵਾਰੀ ਮੇਰੇ ਦਰਸ਼ਨ ਕਰ ਲਵੇ ਨਾ, ਉਹਨੂੰ 1 ਮਹੀਨੇ ਵਾਸਤੇ ਸਵਰਗਾਂ ਦੀ ਪ੍ਰਾਪਤੀ ਹੋਵੇਗੀ, ਜਿਹੜਾ ਇੱਕ ਵਾਰੀ ਵੇਖ ਲਵੇ। ਤੇ ਸਾਡੇ ਵਰਗਿਆਂ ਦੀਆਂ ਉੱਥੇ ਲੈਣਾ ਲੱਗ ਗਈਆਂ, ਇੱਕ ਚੱਲ ਦੂਜਾ ਚੱਲ, ਸਾਰਾ ਪਿੰਡ ਹੀ ਕਹਿੰਦੇ ਜਾ ਕੇ ਉਹ ਜੋਗੀ ਦੇ ਬਹਿ ਗਿਆ ਵੀ ਚੱਲ ਸਵਰਗੀ ਮਹੀਨੇ ਵਾਸਤੇ ਸਹੀ। ਉੱਥੇ ਇੱਕ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਭੌਰਾ ਰਹਿੰਦਾ ਹੈ, ਭਾਈ ਤਿਲਕੂ ਜੀ। ਸੰਗਤ ਜੀ ਉਹ ਭਾਈ ਤਿਲਕੂ ਜੀ ਨਹੀਂ ਗਏ, ਉਹ ਸਾਰਾ ਪਿੰਡ ਹੀ, ਸਾਰੇ ਪਿੰਡ ਨੇ ਉੱਥੇ ਜਾਣਾ ਸ਼ੁਰੂ ਕਰ ਦਿੱਤਾ। ਤੇ ਉਹ ਜੋਗੀ ਇੱਕ ਦਿਨ ਆਪਣੇ ਚੇਲਿਆਂ ਨੂੰ ਕਹਿੰਦਾ ਵੀ ਕੋਈ ਰਹਿਤ ਨਹੀਂ ਗਿਆ ਪਿੰਡ ਵਿੱਚ, ਜਾਓ ਗੇੜਾ ਮਾਰ ਕੇ ਆਓ। ਸਾਰਾ ਪਿੰਡ ਵਿਹਲਾ ਪਿਆ, ਭਾਈ ਤਿਲਕੂ ਜੀ ਆਪਣੇ ਘਰ ਨੇ। ਆ ਕੇ ਜੋਗੀ ਦੇ ਚੇਲਿਆਂ ਨੇ ਦੱਸਿਆ ਵੀ ਬਾਕੀ ਤੇ ਸਾਰਾ ਪਿੰਡ ਆ ਗਿਆ ਏ, ਇੱਕ ਸਿੱਖ ਹੈ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਭਾਈ ਤਿਲਕੂ, ਕਹਿੰਦੇ ਉਹ ਨਹੀਂ ਆਇਆ। ਤੇ ਸੰਗਤ ਜੀ ਜੋਗੀ ਨੇ ਫਿਰ ਆਫਰ ਦਿੱਤੀ। ਆਫਰ ਪਤਾ ਕੀ ਦਿੱਤੀ?
ਕਹਿੰਦਾ ਭਾਈ ਤਿਲਕੂ ਬਾਕੀਆਂ ਨੂੰ 1 ਮਹੀਨੇ ਵਾਸਤੇ, ਤੈਨੂੰ 6 ਮਹੀਨੇ ਵਾਸਤੇ ਸਵਰਗ ਦਿੱਤੇ ਜੇ ਮੇਰੇ ਦਰਸ਼ਨ ਕਰ ਲਵੇਂਗਾ। ਸੰਗਤ ਜੀ ਜੋਗੀ ਦੇ ਚੇਲੇ ਆਫਰ ਲੈ ਕੇ ਗਏ ਉੱਥੇ। ਭਾਈ ਤਿਲਕੂ ਜੀ ਨੇ ਅੰਦਰੋਂ ਬੂਹਾ ਬੰਦ ਕਰ ਲਿਆ। ਕਹਿੰਦੇ ਭਾਵੇਂ ਸਦਾ ਵਾਸਤੇ ਵੀ ਸਵਰਗ ਦਵੇਂ ਮੈਂ ਤਾਂ ਵੀ ਨਹੀਂ ਆਉਂਦਾ। ਸੰਗਤ ਜੀ ਉਹਨੇ ਫੇਰ ਕਿਹਾ, ਤੀਜੀ ਵਾਰੀ ਭੇਜੇ ਵੀ ਤੈਨੂੰ ਸਾਲ ਦੇ ਸਵਰਗ ਜੇ ਇੱਕ ਵਾਰੀ ਮੇਰੇ ਡੇਰੇ ਵਿੱਚ ਆ ਜਾਵੇਂ। ਸੰਗਤ ਜੀ ਭਾਈ ਤਿਲਕੂ ਜੀ ਬੂਹਾ ਨਹੀਂ ਖੋਲਦੇ। ਫਿਰ ਕਹਿੰਦੇ ਜੋਗੀ ਆਪ ਉੱਠ ਕੇ ਗਿਆ ਉੱਥੇ ਭਾਈ ਤਿਲਕੂ ਜੀ ਦੇ ਕੋਲ, ਦਰਵਾਜ਼ਾ ਖੜਕਾਉਂਦਾ ਏ। ਕਹਿੰਦਾ ਭਾਈ ਤਿਲਕੂ ਇੱਕ ਵਾਰੀ ਬੂਹਾ ਤੇ ਖੋਲ। ਕਹਿੰਦਾ ਨਹੀਂ ਜੋਗੀਆ ਮੈਂ ਤੇਰੇ ਮੱਥੇ ਨਹੀਂ ਲੱਗਣਾ। ਜੋਗੀ ਪਤਾ ਬਾਹਰੋਂ ਕੀ ਕਹਿੰਦਾ? ਕਹਿੰਦਾ ਮੈਂ ਤੈਨੂੰ ਦਰਸ਼ਨ ਦੇਣ ਨਹੀਂ ਆਇਆ, ਹੁਣ ਮੈਂ ਤੇਰੇ ਦਰਸ਼ਨ ਕਰਨ ਆਇਆ ਏ ਕਿ ਤੂੰ ਕਿੱਦਾਂ ਦਾ ਸਿੱਖ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦਾ ਹੁਣ ਮੈਂ ਦਰਸ਼ਨ ਦੇਣ ਨਹੀਂ ਆਇਆ ਤੈਨੂੰ, ਤੇਰੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਇਆ। ਤੇ ਸੰਗਤ ਜੀ ਭਾਈ ਤਿਲਕੂ ਜੀ ਨੇ ਦਰਵਾਜ਼ਾ ਖੋਲ੍ਹਿਆ। ਜੋਗੀ ਨੇ ਮੱਥਾ ਟੇਕਿਆ ਭਾਈ ਤਿਲਕੂ ਜੀ ਨੂੰ ਵੀ ਤੇਰੇ ਵਰਗੇ ਵੀ ਸਿੱਖ ਹਨ। ਸੰਗਤ ਜੀ ਨੇ ਤੇ ਸਾਰਾ ਪਿੰਡ ਹੀ ਖਾਲੀ ਹੋ ਗਿਆ ਸੀ। ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਗੁਰੂ ਕੇ ਸਿੱਖ ਨੂੰ ਹੁਕਮ ਕੀਤਾ ਹੈ। ਆਪ ਜੀ ਨੇ ਐਤਵਾਰ ਸਰਵਣ ਕੀਤਾ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਗੁਰੂ ਕੇ ਸਿੱਖ ਨੇ ਕਿਸੇ ਨੂੰ ਗੁਰੂ ਨਹੀਂ ਮੰਨਣਾ। ਸੰਗਤ ਜੀ ਮਹਾਰਾਜ ਜੀ ਨੇ ਤੇ ਐਸੇ ਵੀ ਬਚਨ ਕੀਤੇ, ਕਹਿੰਦੇ ਐਸੇ ਵੀ ਅਜੇ ਕਲਯੁਗ ਵਿੱਚ ਆਉਣੇ ਨੇ, ਕੰਧ ਤੇ ਬਹਿ ਕੇ ਨਾ ਤੁਹਾਡੇ ਸਾਹਮਣੇ ਤੇ ਕੰਧ ਨੂੰ ਅਲੋਪ ਕਰ ਦਿਆ ਕਰਨਗੇ। ਹੁਣ ਰੱਬ ਨਾ ਕਰੇ ਕਿਤੇ ਆਪਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਆ, ਇੱਥੇ ਕਿਤੇ ਬਾਹਰ ਕੋਈ ਆ ਜਾਵੇ ਨਾ ਇਦਾਂ ਦਾ, ਤੇ ਆਪਾਂ ਮਹਾਰਾਜ ਸਾਹਿਬ ਜੀ ਨੂੰ ਮੱਥਾ ਵੀ ਨਹੀਂ ਟੇਕਣਾ, ਬਾਹਰ ਭੱਜਣਾ ਹੈ ਆਪਾਂ ਵੀ ਵੇਖੀਏ ਤੇ ਸਹੀ। ਪਰ ਮਹਾਰਾਜ ਜੀ ਨੇ ਪਹਿਲਾਂ ਚੇਤਾਵਨੀ ਦਿੱਤੀ ਹੈ। ਤੇ ਇਹ ਵੀ ਨਹੀਂ ਵੀ ਕਿਸੇ ਚੀਜ਼ ਦਾ ਬੀ ਵੀ ਨਾਸ ਹੈ, ਨਹੀਂ। ਹੈਨ ਵਿਰਲੇ ਨਾ ਹੀ ਘਣੇ ਫੈਲ ਫਕੜ ਸੰਸਾਰ। ਐਸੇ ਵੀ ਗੁਰੂ ਕੇ ਸਿੱਖ ਹਨ ਜਿਨ੍ਹਾਂ ਦਾ ਭਾਵੇਂ ਸਿਰ ਵੀ ਲੱਥ ਜਾਵੇ ਆਪਣੇ ਗੁਰੂ ਤੋਂ ਮੁਖ ਨਹੀਂ ਮੋੜਦੇ ਹੋ। ਸੰਗਤ ਜੀ ਗੁਰੂ ਕੇ ਸਿੱਖ ਨੇ ਸਦਾ ਸਾਵਧਾਨ ਰਹਿਣਾ ਹੈ, ਕਿਸੇ ਦੱਬੀ ਪਖੰਡੀ ਨੂੰ ਕਦੇ ਮੱਥਾ ਨਹੀਂ ਟੇਕਣਾ। ਸਾਡੇ ਗੁਰੂ ਹਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਦੀ ਚਰਨਾਂ ਤੇ ਸਦਾ ਨਮਸਕਾਰ ਕਰਨੀ ਹੈ। ਜਿੰਨੀ ਵਾਰ ਵੀ ਆਪ ਜੀ ਕਰ ਸਕੋ ਉਨੀ ਵਾਰ ਹੀ ਥੋੜੀ ਹੈ। ਮਹਾਰਾਜ ਜੀ ਕਹਿੰਦੇ ਕਰ ਡੰਡੌਤ ਪੁੰਨ ਵੱਡਾ ਹੈ। ਮਹਾਰਾਜ ਜੀ ਨੂੰ ਨਮਸਕਾਰ ਕਰਨੀ, ਮਹਾਰਾਜ ਸਾਹਿਬ ਜੀ ਨੂੰ ਮੱਥਾ ਟੇਕਣਾ ਇੱਕ ਬੜਾ ਵੱਡਾ ਪੁੰਨ ਹੈ। ਕਰ ਡੰਡੌਤ ਪੁੰਨ ਵੱਡਾ ਹੈ। ਮਹਾਰਾਜ ਜੀ ਕਹਿੰਦੇ ਬੜਾ ਵੱਡਾ ਪੁੰਨ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਣਾ। ਇਸ ਕਰਕੇ ਸਿੱਖ ਦਾ ਫਰਜ਼ ਹੈ 2 ਵਾਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੇ, ਸਵੇਰੇ ਵੀ ਤੇ ਸ਼ਾਮੇ ਵੀ। ਮਹਾਰਾਜ ਜੀ ਨੇ ਕਿਹਾ ਝਖੜ ਝਾਂਗੀ ਮੀਂਹੋਂ ਬਰਸੈ, ਪੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਹੁਖਾਰਾ, ਗੁਰ ਸਿੱਖ ਲੰਘ ਗੁਰੂ ਪਹਿ ਜਾਈ। ਕਹਿੰਦੇ ਭਾਵੇਂ ਸਮੁੰਦਰ ਕਿਉਂ ਨਾ ਚੜਿਆ ਹੋਵੇ ਅੱਗੇ, ਗੁਰੂ ਕੇ ਸਿੱਖ ਨੇ ਉਹਦੇ ਵਿੱਚੋਂ ਵੀ ਲੰਘ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਿੱਖ ਵਾਸਤੇ ਜ਼ਰੂਰੀ ਨਿਯਮ ਹੈ। ਤੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜਾ ਵੀ ਆਪ ਜੀ ਦੇ ਸੁੰਦਰ ਸਰੂਪ ਦੇ ਦਰਸ਼ਨ ਕਰ ਲਵੇ ਉਹ ਕਿਸੇ ਹੋਰ ਚੀਜ਼ ਨੂੰ ਵੇਖਣਾ ਨਹੀਂ ਚਾਹੁੰਦਾ। ਕਾਨ ਆਨ ਗਾਨ ਤਨ ਸੁਨ ਨਾ ਆਨ, ਜੀਵ ਬਿਸਰ ਆਪਾਨ ਤਨ ਮਾਨ ਸੋ ਨਾ ਆਵਈ। ਕਹਿੰਦੇ ਮਹਾਰਾਜ ਜੀ ਜਿਹੜਾ ਆਪ ਜੀ ਦੇ ਇੱਕ ਵਾਰੀ ਬਚਨ ਸੁਣ ਲੈਂਦਾ ਹੈ ਨਾ, ਜਿਹੜਾ ਸਿੱਖ ਆਪ ਜੀ ਦੀ ਬਾਣੀ ਦੇ ਬੋਲ ਇੱਕ ਵਾਰੀ ਸੁਣ ਲੈਂਦਾ ਏ, ਉਹ ਕਿੱਡਾ ਵੀ ਵੱਡਾ ਨਾਦ ਕਿਉਂ ਨਾ ਵੱਜਦਾ ਹੋਵੇ ਮਹਾਰਾਜ ਜੀ ਉਧਰ ਨੂੰ ਫਿਰ ਕੰਨ ਨਹੀਂ ਕਰਦਾ। ਜਿਵੇਂ ਬੱਚਾ ਹੈ ਨਾ ਸੰਗਤ ਜੀ, ਕਈ ਵਾਰ ਘਰ ਵਿੱਚ ਬੜੇ ਵੱਡੇ ਖਿਡੌਣੇ ਪਏ ਹੁੰਦੇ ਨੇ, ਬੱਚਾ ਇੱਕ ਛੋਟੀ ਜੀ ਚੀਜ਼ ਦੀ ਜਿੱਦ ਕਰਦਾ ਵੀ ਨਹੀਂ ਇਹੋ ਹੀ ਲੈਣੀ, ਮੈਂ ਹੋਰ ਨਹੀਂ ਕੁਝ ਲੈਣਾ। ਜਿਵੇਂ ਬਾਲਕ ਜਿੱਦ ਕਰਦਾ ਏ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਮਹਾਰਾਜ ਜੀ ਜਿਹੜਾ ਆਪ ਜੀ ਦੀ ਬਾਣੀ ਨੂੰ ਇੱਕ ਵਾਰੀ ਗਾ ਲੈਂਦਾ ਸੁਣ ਲੈਂਦਾ ਏ ਉਹ ਕਿਸੇ ਵੀ ਹੋਰ ਸੰਗੀਤ ਮਿਊਜ਼ਿਕ ਵੱਲ ਕੰਨ ਨਹੀਂ ਕਰਦਾ। ਤੇ ਮਹਾਰਾਜ ਜੀ ਦਾ ਹੁਕਮ ਇਹ ਹੈ, ਇਹ ਜਿਹੜੇ ਸਾਡੇ ਕੰਨ ਨੇ ਮਹਾਰਾਜ ਜੀ ਦਾ ਜਸ ਸੁਣਨ ਵਾਸਤੇ ਮਹਾਰਾਜ ਜੀ ਨੇ ਦਿੱਤੇ ਨੇ, ਇਹ ਸਰਵਣੋ ਮੇਰੇ ਹੋ ਸੱਚੈ ਸੁਣਨੇ ਨੂੰ ਪਠਾਏ। ਇਹ ਕਹਿੰਦੇ ਆ ਜਿਹੜੇ ਕੰਨ ਲਾਏ ਨੇ ਨਾ ਮਹਾਰਾਜ ਜੀ ਨੇ ਸੱਚ ਸੁਣਨ ਵਾਸਤੇ, ਗੁਰਬਾਣੀ ਸੁਣਨ ਵਾਸਤੇ, ਸਤਿਗੁਰੂ ਦੀ ਸਿਫਤ ਸਲਾਹ ਸੁਣਨ ਵਾਸਤੇ ਨੇ। ਤੇ ਪਤਾ ਨਹੀਂ ਆਪਾਂ ਇਹਨਾਂ ਦੇ ਨਾਲ ਕਿੰਨਾ ਕੁਝ ਉਹ ਸੁਣੀ ਜਾਂਦੇ ਆ ਜਿਨ੍ਹਾਂ ਨੇ ਸੰਗਤ ਜੀ ਸਾਨੂੰ ਪਾਪਾਂ ਵੱਲ ਨੂੰ ਧੱਕ ਕੇ ਲੈ ਜਾਣਾ।
ਪਤਾ ਨਹੀਂ ਕਿੰਨਾ ਕਿੰਨਾ ਚਿਰ ਆਪਾਂ ਇਹਨਾਂ ਕੰਨਾਂ ਦੇ ਨਾਲ ਨਿੰਦਿਆ ਸੁਣਦੇ ਆ, ਮਾੜੇ ਗੰਦੇ ਗੀਤ ਸੁਣਦੇ ਆ। ਸੰਗਤ ਜੀ 90% ਜਿਹੜੀ ਗੰਦਗੀ ਹੈ ਉਹ ਸਾਡੇ ਕੰਨਾਂ ਦੇ ਨਾਲ ਅੰਦਰ ਜਾਂਦੀ ਹੈ। ਤੇ ਮਹਾਰਾਜ ਜੀ ਕਹਿੰਦੇ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਹੇ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਕਹਿੰਦੇ ਭੈੜੇ ਗੰਦੇ ਗਾਣੇ ਸੁਣਨ ਵਾਸਤੇ ਇਹ ਕੰਨ ਨਹੀਂ ਹੈ। ਕਦੇ ਵੀ ਕੰਨਾਂ ਨੂੰ ਭੈੜੀ ਆਵਾਜ਼ ਤੇਰੇ ਅੰਦਰ ਨਾ ਜਾਵੇ, ਜਦੋਂ ਜਾਵੇ ਬਸ ਸੱਚ ਦੀ ਗੱਲ ਹੀ ਅੰਦਰ ਜਾਵੇ। ਕਵੀ ਰਾਜ ਭਾਈ ਸੰਤੋਖ ਸਿੰਘ ਲਿਖਦੇ ਨੇ, ਮਹਾਰਾਜ ਜੀ ਜਿਹੜਾ ਆਪ ਜੀ ਨੂੰ ਇੱਕ ਵਾਰੀ ਸੁਣ ਲੈਂਦਾ ਹੈ ਉਹ ਕਿਸੇ ਹੋਰ ਨੂੰ ਸੁਣਦਾ ਨਹੀਂ। ਭਈ ਉਨ ਮਤ ਗਤ ਆਨੰਦ ਉਦਤ ਵਤ, ਚਿਤ ਮੈਂ ਬਿਯੋਗ ਤਿਸ ਕਬਹੂ ਨਾ ਭਾਵਈ। ਵਾਹ ਵਾਹ, ਵੇਖੋ ਕਿੱਡੀ ਵਿਦਵਤਾ ਦੇ ਨਾਲ ਭਾਈ ਗੁਰਦਾਸ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਜੀ ਜਿਹੜਾ ਇੱਕ ਵਾਰੀ ਆਪ ਜੀ ਦੇ ਦਰਸ਼ਨ ਕਰ ਲੈਂਦਾ, ਬਾਣੀ ਸੁਣ ਲੈਂਦਾ ਨਾ, ਉਹਦੇ ਅੰਦਰ ਪ੍ਰੇਮ ਦੀਆਂ ਛਾਲਾਂ ਮਾਰਦੀਆਂ ਨੇ, ਜਿਵੇਂ ਸਮੁੰਦਰ ਦੀਆਂ ਛੱਲਾਂ ਹੁੰਦੀਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਸਮੁੰਦਰ ਵੇਖਿਆ ਸਾਰਿਆਂ ਨੇ ਕਿੱਡੀ ਕਿੱਡੀ ਛੱਲ ਆਉਂਦੀ ਹੈ। ਕਹਿੰਦੇ ਜਿਹੜਾ ਇੱਕ ਵਾਰੀ ਆਪ ਜੀ ਦੇ ਦਰਸ਼ਨ ਕਰ ਲੈਂਦਾ, ਆਪ ਜੀ ਦੀ ਬਾਣੀ ਸੁਣ ਲੈਂਦਾ ਹੈ, ਉਹਦੇ ਅੰਦਰ ਪ੍ਰੇਮ ਦੀਆਂ ਛੱਲਾਂ, ਗੰਭੀਰਤਾ ਵਾਲੀ ਸਥਿਤੀ ਜਿਹੜੀ ਉਹ ਪੈਦਾ ਹੋ ਜਾਂਦੀ ਹੈ। ਪ੍ਰੇਮ ਉਛਾਲੇ ਮਾਰਦਾ ਹੈ। ਜਾਨ ਅਰਜਨ ਪਦ ਪਦ ਮੋਕੋ ਦੇਖ ਕਰ, ਸਿੱਖ ਮਨ ਭੋਰ ਭਇਓ ਪਰਮਤ ਲੁਭਾਵਈ। ਕਹਿੰਦੇ ਗੁਰੂ ਅਰਜਨ ਸਾਹਿਬ ਜੀ ਜਿਵੇਂ ਫੁੱਲਾਂ ਦੇ ਦੁਆਲੇ ਭੌਰੇ ਘੁੰਮਦੇ ਨੇ ਨਾ, ਸੰਗਤ ਜੀ ਹੁਣ ਫੁੱਲ ਨੂੰ ਦੱਸਣਾ ਨਹੀਂ ਪੈਂਦਾ ਵੀ ਮੈਂ ਖਿੜ ਗਿਆ ਤੇ ਭੌਰਿਓ ਆ ਜਾਓ। ਜਦੋਂ ਫੁੱਲ ਖਿੜਦਾ ਭੌਰੇ ਆਪਣੇ ਆਪ ਹੀ ਚਲੇ ਜਾਂਦੇ। ਮਹਾਰਾਜ ਜੀ ਇਦਾਂ ਹੀ ਆਪ ਜੀ ਦੇ ਚਰਨਾਂ ਦੇ ਦੁਆਲੇ ਆਪ ਜੀ ਦੇ ਸਿੱਖ ਸੇਵਕ ਇਦਾਂ ਰਹਿੰਦੇ ਨੇ ਜਿਵੇਂ ਫੁੱਲਾਂ ਦੁਆਲੇ ਭੌਰੇ ਘੁੰਮਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਇਦਾਂ ਆਪ ਜੀ ਦੇ ਸਿੱਖ ਆਪ ਜੀ ਦੇ ਚਰਨਾਂ ਦੇ ਭੌਰੇ ਹਨ। ਇਹ ਸੰਗਤ ਜੀ ਇੱਥੋਂ ਤੱਕ ਪੰਜ ਗੁਰੂ ਸਾਹਿਬ ਜੀ ਦੇ ਮੰਗਲ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ। ਬਾਕੀ ਦਾ ਜਿਹੜੇ ਪੰਜ ਮੰਗਲ ਨੇ ਉਹ ਕੱਲ ਨੂੰ ਫਿਰ ਗੁਰ ਇਤਿਹਾਸ ਦੀ ਵਿਚਾਰ ਸ਼ੁਰੂ ਹੋਵੇਗੀ। ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ ਇਸੇ ਹੀ ਤਰ੍ਹਾਂ ਰੋਜ਼ਾਨਾ ਹੀ ਹਾਜ਼ਰੀਆਂ ਭਰ ਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਸ ਸੁਣ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ। ਇਸੇ ਤਰ੍ਹਾਂ ਰੋਜ਼ਾਨਾ ਹੀ 4 ਤੋਂ 5 ਸ਼ਾਮ ਨੂੰ ਡੇਲੀ ਕਥਾ ਹੋਇਆ ਕਰੇਗੀ। ਉਪਰੰਤ ਰਹਿਰਾਸ ਸਾਹਿਬ ਜੀ ਦਾ ਪਾਠ, ਫਿਰ ਸਾਰੀ ਸਮਾਪਤੀ ਹੋਇਆ ਕਰੇਗੀ। ਸੰਗਤ ਜੀ ਬੜੇ ਵੱਡੇ ਭਾਗ ਹੁੰਦੇ ਹਨ ਜਦੋਂ ਆਪਾਂ ਮਹਾਰਾਜ ਸਾਹਿਬ ਜੀ ਦਾ ਬੈਠ ਕੇ ਜਸ ਕਰਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਗੁਰਪੁਰਬ ਆਉਣ ਵਾਲਾ, ਮੈਂ ਪਹਿਲਾਂ ਬੇਨਤੀ ਕੀਤੀ। ਤੇ ਜਿੱਦਣ ਮਹਾਰਾਜ ਸਾਹਿਬ ਜੀ ਦਾ ਆਗਮਨ ਪੁਰਬ ਹੁੰਦਾ ਹੈ ਉਦਣ ਫਿਰ ਸਾਡੇ ਕੋਲ ਘੰਟਾ ਕੀ ਹੁੰਦਾ ਹੈ ਸਾਰਾ, ਵਿੱਚੇ ਕੀਰਤਨ ਕਰਨਾ, ਵਿੱਚੇ ਮਹਾਰਾਜ ਸਾਹਿਬ ਜੀ ਦਾ ਅੰਮ੍ਰਿਤਮਈ ਜੀਵਨ ਸੁਣਨਾ ਸੁਣਾਉਣਾ, ਉਹ ਫਿਰ ਗੱਲ ਨਹੀਂ ਬਣਦੀ। ਜਦੋਂ ਆਪਾਂ ਮਹਾਰਾਜ ਸਾਹਿਬ ਜੀ ਦਾ ਸਾਰਾ ਹੀ ਇੱਕ ਵਾਰੀ ਅੰਮ੍ਰਿਤਮਈ ਜੀਵਨ ਸਰਵਣ ਕਰਾਂਗੇ ਨਾ, ਮੈਂ ਪਹਿਲਾਂ ਬੇਨਤੀ ਕੀਤੀ ਵੀ ਭਾਵੇਂ ਕਿੱਡਾ ਵੀ ਟੁੱਟਿਆ ਕਿਉਂ ਨਾ ਹੋਵੇ, ਜਿਹੜਾ ਭਾਵਨਾ ਰੱਖ ਕੇ ਇੱਕ ਵਾਰੀ ਮਹਾਰਾਜ ਜੀ ਦਾ ਅੰਮ੍ਰਿਤਮਈ ਜੀਵਨ ਸਰਵਣ ਕਰ ਲੈਂਦਾ ਏ, ਉਹਨੂੰ ਸਿੱਖੀ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਕਰਕੇ ਆਪਾਂ ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ, ਮਹਾਰਾਜ ਜੀ ਜਿਵੇਂ ਤੁਸੀਂ ਸਾਡੇ ਤੇ ਅੱਜ ਕਿਰਪਾ ਕੀਤੀ ਹੈ ਇਸੇ ਤਰ੍ਹਾਂ ਸਾਡੇ ਤੇ ਕਿਰਪਾ ਕਰਿਓ। ਆਪ ਜੀ ਦੇ ਚਰਨਾਂ ਵਿੱਚ ਬੈਠ ਕੇ ਆਪ ਜੀ ਦਾ ਜਸ ਸਰਵਣ ਕਰਨਾ ਹੈ, ਕਰੀਏ ਅਸੀਂ। ਆਓ ਸੰਗਤ ਜੀ 5 ਮਿੰਟ ਆਪਾਂ ਸਿਮਰਨ ਕਰ ਲਈਏ। ਅੱਜ ਸਮਾਂ ਜ਼ਿਆਦਾ ਹੋ ਗਿਆ ਕਿਉਂਕਿ ਆਰੰਭਤਾ ਕਰਨੀ ਸੀ, ਅਰਦਾਸ ਬੇਨਤੀ, ਫਿਰ ਸਤਿਗੁਰੂ ਸਾਹਿਬ ਜੀ ਨੇ ਪਾਵਨ ਹੁਕਮ ਜੋ ਸਾਨੂੰ ਬਖਸ਼ਿਸ਼ ਕੀਤਾ, ਮਹਾਰਾਜ ਜੀ ਨੇ ਹੁਕਮ ਦੇ ਵਿੱਚ ਵੀ ਇਹੋ ਹੀ ਸਾਡੇ ਤੇ ਕਿਰਪਾ ਕੀਤੀ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਮਹਾਰਾਜ ਜੀ ਕਹਿੰਦੇ ਜਿਸ ਦੇ ਨਾਲ ਗੁਰੂ ਭੁੱਲ ਜਾਵੇ ਨਾ, ਭਾਵੇਂ ਕੋਈ ਵੀ ਕੰਮ ਹੋਵੇ ਉਹਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ। ਕਹਿੰਦੇ ਪਿਆਰਾ ਜਿਹੜਾ ਉਹ ਕਦੇ ਸਾਨੂੰ ਭੁੱਲਣਾ ਨਹੀਂ ਚਾਹੀਦਾ। ਇਸ ਕਰਕੇ ਆਓ ਮਨੋ ਬਿਰਤੀਆਂ ਨੂੰ ਇਕਾਗਰ ਕਰਕੇ ਮਨੋ ਬੜੇ ਪਿਆਰ ਦੇ ਨਾਲ ਆਪਾਂ ਸਾਰਿਆਂ ਨੇ 5 ਮਿੰਟ ਸਿਮਰਨ ਕਰਨਾ ਹੈ। ਕਿਉਂਕਿ ਸੰਗਤ ਜੀ ਜਦੋਂ ਆਪਾਂ ਸਿਮਰਨ ਕਰਦੇ ਆ ਨਾ, ਮਨ ਜਿਹੜਾ ਉਹ ਇਕਾਗਰ ਹੁੰਦਾ ਹੈ। ਤੇ ਜੇ ਮਨ ਕਿਤੇ ਇਕਾਗਰ ਹੋ ਜਾਵੇ ਨਾ, ਮਹਾਰਾਜ ਜੀ ਕਹਿੰਦੇ ਨੇ ਏਕ ਚੀਤ ਜਿਨ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਫਿਰ ਬਹੁਤਾ ਸਮਾਂ ਨਹੀਂ ਲੱਗਦਾ,
ਮਹਾਰਾਜ ਜੀ ਕਹਿੰਦੇ ਮੁਕਤੀ ਮਿਲਣ ਨੂੰ ਇੰਨਾ ਸਮਾਂ ਲੱਗਦਾ ਜਿਵੇਂ ਅੱਖ ਖੋਲਣ ਨੂੰ ਤੇ ਬੰਦ ਕਰਨ ਨੂੰ ਸਮਾਂ ਲੱਗਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨੇ ਸਮੇਂ ਵਿੱਚ ਮਹਾਰਾਜ ਜੀ ਕਿਰਪਾ ਕਰ ਦਿੰਦੇ ਕਿਤੇ ਚਿੱਤ ਜਿਹੜਾ ਉਹ ਇਕਾਗਰ ਹੋ ਜਾਵੇ। ਤੇ ਆਓ ਬੜੇ ਪਿਆਰ ਦੇ ਨਾਲ ਆਪਾਂ ਸਾਰੇ ਸਿਮਰਨ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਜੀ। ਸਤਿਗੁਰੂ ਸਾਹਿਬ ਜੀ ਦੇ ਪਾਵਨ ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੀ ਸੰਗਤ ਬਖਸ਼ਣਹਾਰ ਹੈ। ਕਿਰਪਾ ਕਰਕੇ ਆਪ ਜੀ ਨੇ ਬਖਸ਼ ਲੈਣਾ। ਮਹਾਰਾਜ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਿਓ ਕਿ ਮਹਾਰਾਜ ਸਾਹਿਬ ਜੀ ਅੱਗੇ ਤੋਂ ਸਮਤ ਬੁੱਧ ਬਖਸ਼ਿਸ਼ ਕਰਨ। ਇਸੇ ਹੀ ਤਰ੍ਹਾਂ ਆਪ ਜੀ ਨੇ ਕੱਲ ਚਾਰ ਭਰਨੀਆਂ ਹਨ। ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਭਈ ਉਨਮਤ ਗਤ ਆਨੰਦ ਉਦਤ ਵਤ ਚਿਤ ਮੈਂ ਬਿਯੋਗ ਤਿਸ ਕਬਹੂ ਨ ਪਾਵਈ। ਜਾਨ ਅਰਜਨ ਪਦ ਪਦਮ ਕੋ ਦੇਖ ਕਰ ਸਿੱਖ ਮਨ ਭੋਰ ਪਇਓ ਪਰਮਤ ਲੁਭਾਵਈ। ਹੇ ਗੋਬਿੰਦ
हे गोपाल हे दयाल लाल। प्राणनाथ अनाथ सखे दीन दर्द निवार। हे समरथ अगम पूरन मोहे मया तार। अंधकूप महाबयान नानक पारे उतार। आए प्रभ शरणागति कृपा निध दयाल। एक अखर हर मन बसत नानक होत निहाल। आए प्रभ शरणागति कृपा निध दयाल। एक अखर हर मन बसत नानक होत निहाल। वाहिगुरु जी का खालसा वाहिगुरु जी की फतेह। श्री अकाल। बंद